ਹਰੇਕ ਪਾਸੇ ਮਹਿੰਗਾਈ ਵੱਧ ਰਹੀ ਹੈ। ਅੱਜ ਤੋਂ ਥੋੜੇ ਸਮੇਂ ਪਹਿਲਾਂ ਜਦੋਂ 5-6 ਸਾਲ ਪਹਿਲਾਂ ਪਿੱਛੇ ਵੀ ਝਾਤ ਮਾਰੀਏ ਤਾਂ CNG 40 ਰੁਪਏ 42 ਰੁਪਏ ਸੀਗੀ ਤੇ ਉਸ ਸਮੇਂ ਰੇਟ ਜਿਹੜਾ ਸੀਗਾ ਉਹ ਸਾਨੂੰ 15 ਤੋਂ 18 ਰੁਪਏ ਮਿਲਦਾ ਸੀਗਾ। ਅੱਜ CNG ਪੈਟਰੋਲ 192 ਦੇ ਕਰੀਬ ਚਲੇ ਗਈ ਹੈ CNG ਤੇ ਅੱਜ ਜਿਹੜਾ ਰੇਟ ਮਿਲ ਰਿਹਾ ਹੈ ਉਹ 12 ਰੁਪਏ ਮਿਲ ਰਿਹਾ ਹੈ। ਇਸ ਦੇ ਨਾਲ ਸਾਡਾ ਰੇਟ ਵਧਣਾ ਚਾਹੀਦਾ ਕਿ ਘਟਣਾ ਚਾਹੀਦਾ, ਇਹ ਸਭ ਤੋਂ ਵੱਡੀ ਸਮੱਸਿਆ ਹੈ। ਨਾ ਕੰਪਨੀਆਂ ਵਿੱਚ ਕੋਈ ਸੁਣਵਾਈ ਹੈ, ਨਾ ਪ੍ਰਸ਼ਾਸਨ ਦੀ ਸੁਣਵਾਈ ਹੈ। ਮੇਰੇ ਹਿਸਾਬ ਨਾਲ ਜਿਹੜੀਆਂ ਸਰਕਾਰਾਂ ਸਵੈ ਰੋਜ਼ਗਾਰ ਦੀ ਗੱਲ ਕਰ ਰਹੀਆਂ ਹੈ ਉਹ ਸਿਰਫ ਗੱਲਾਂ ਹੀ ਨੇ ਮੇਰੇ ਵੀਰੋ, ਠੀਕ ਹੈ ਨਾ। ਸਰਕਾਰਾਂ ਬਾਈ ਨਾ ਕਿਸੇ ਨੂੰ ਸਵੈ ਰੋਜ਼ਗਾਰ ਦੇ ਰਹੀਆਂ, ਨਾ ਸਰਕਾਰਾਂ ਕਿਸੇ ਨੂੰ ਫੰਡ ਦੇ ਰਹੀਆਂ, ਇਹ ਸਭ ਗੱਲਾਂ ਨੇ, ਠੀਕ ਹੈ। ਮੈਂ ਹਰੇਕ ਕਿੱਤੇ 'ਚ ਧੱਕੇ ਖਾ ਕੇ ਦੇਖ ਲਏ ਵੇ ਆ। ਸਰਕਾਰਾਂ ਸਿਰਫ ਇਹ ਸਵੈ ਰੋਜ਼ਗਾਰ ਦੇ ਸਿਰਫ ਸ਼ੋਸ਼ੇ ਆ। ਸਰਕਾਰ ਸਾਡੇ ਦੇ ਉੱਤੇ ਨਵੀਂ ਤੇ ਨਵੀਂ ਚੀਜ਼ ਥੋਪ ਰਹੀ ਹੈ, ਠੀਕ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸਿਰਫ 15 ਅਪ੍ਰੈਲ ਤੱਕ ਦਾ ਟਾਈਮ ਦਿੱਤਾ ਪੈਨਿਕ ਬਟਨ GPS ਲਾਉਣ ਵਾਸਤੇ। ਉਸ ਪ੍ਰਸ਼ਾਸਨ ਨੂੰ ਪੁੱਛਿਆ ਜਾਵੇ, ਜੇ ਪੈਨਿਕ ਬਟਨ GPS ਸਮਝ ਲਓ ਵੀ ਕਸਟਮਰ ਨੂੰ ਸਿਕਿਉਰਿਟੀ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਹੈ, ਠੀਕ ਹੈ ਨਾ ਕਿ ਹੁਣ ਇੱਥੇ ਕੈਬ ਚਾਲਕ ਨੂੰ ਪੈਸੇ ਤਾਂ ਮਿਲ ਨਹੀਂ ਰਹੇ ਉਹ ਜੇ ਉਸ ਦੀ ਸਮਝ ਲਓ ਵੀ ਜੇ ਸਾਲ ਦੇ ਵਿੱਚ ਬੜੀ ਹੱਦ ਸਾਲ ਦੇ ਵਿੱਚ ਇੱਕ ਬੰਦੇ ਨੂੰ ਗੱਡੀ ਚਲਾ ਕੇ 9000 ਰੁਪਇਆ ਵੱਧਦਾ ਸਾਲ ਦਾ ਜੀ। ਲੇਬਰ ਕਲਾਸ ਤੋਂ ਵੀ ਥੱਲੇ ਇਸ ਟਾਈਮ ਹਾਲਾਤ। ਅਕੋਰਡਿੰਗ ਟੂ ਲਾਅ, ਅਗਰ ਅਕੋਰਡਿੰਗ ਟੂ ਲਾਅ UT ਦਾ ਅਗਰ ਦੇਖਾਂਗੇ ਲਾਅ ਤਾਂ ਉਸ ਦੇ ਅਕੋਰਡਿੰਗ ਸਾਨੂੰ 34 ਰੁਪਏ ਪਰ ਕਿਲੋਮੀਟਰ ਆ ਸਾਨੂੰ ਇੱਥੇ ਦਾ। ਪਰ ਲੇਕਿਨ ਜਿਹੜੀ ਸਰਕਾਰ ਆ ਉਹ ਸਾਨੂੰ ਕਿੰਨਾ ਦੇ ਜਿਹੜੀ ਕੰਪਨੀਆਂ ਨੇ ਹੈ ਨਾ, ਅਨਲੀਗਲ ਐਪ ਨੇ ਜਾਂ ਅਨਲੀਗਲ ਆਥੋਰਾਈਜ਼ ਜਿੰਨੇ ਵੀ ਹੈਗੇ ਨੇ ਇੱਥੇ, ਉਹ ਸਾਨੂੰ ਕੀ ਦੇ ਰਹੇ ਨੇ? ਉਹ ਸਾਨੂੰ ਦੇ ਰਹੀਆਂ ਨੇ 12 ਰੁਪਏ ਪਰ ਕਿਲੋਮੀਟਰ। ਤੇ ਇਹ 11 ਰੁਪਏ ਪਰ ਕਿਲੋਮੀਟਰ ਸਾਨੂੰ ਖੁਦ ਨੂੰ ਪੈਂਦੀ ਆ। ਬਲਕਿ ਅਸੀਂ ਆਪ ਦਾ ਬਿਜ਼ਨਸ ਸੋਚ ਕੇ ਇੱਥੇ ਤੇ 12-7-8 ਲੱਖ ਲਾਇਆ ਵੀ ਆ, ਲੇਕਿਨ ਸਾਨੂੰ 11 ਰੁਪਏ ਪੈਂਦੇ। ਵਾਲਾ ਦਿੰਦੇ ਕੀ ਨੇ ਸਾਨੂੰ? 12 ਰੁਪਏ। ਜਿਹੜੀਆਂ ਕੰਪਨੀਆਂ ਨੇ ਉਹ ਸਾਰਾ ਆਪ ਹੀ ਮਤਲਬ ਕਹਿਣ ਦਾ ਖਤਮ ਕਰ ਦਿੰਦੀਆਂ ਨੇ, ਜਿਹੜਾ ਰੇਟ ਆ ਕਸਟਮਰ ਤੋਂ ਲੈਂਦੀਆਂ ਨੇ। ਅਸੀਂ ਤਾਂ ਇਹ ਟੈਨਸ਼ਨ ਰਹੇ ਸੀ ਕਿ ਆਪਣਾ ਇੰਸ਼ੋਰੈਂਸ ਕਿੱਥੋਂ ਕਰਾਈਏ, ਆਪਣੇ ਬਾਕੀ ਕਾਗਜ਼ ਕਿੱਥੋਂ ਪੂਰੇ ਕਰੀਏ। ਉਹ ਤਾਂ ਹੁੰਦੇ ਨਹੀਂ, ਅਸੀਂ ਅਗਲੇ ਕਾਗਜ਼ ਛੋੜ ਦੇ ਦਿੰਦੇ ਵੀ ਨਵਾਂ ਸਰਕਾਰ ਕੋਈ ਨਾ ਕੋਈ ਪੰਗਾ ਪਾ ਦਿੰਦੀ ਹੈ। GPS ਦਾ ਪਾਦਾ, ਕਦੇ ਕੋਈ ਖਰਚਾ ਪਾਦਾ। ਹਜੇ ਨੈਸ਼ਨਲ ਪਰਮਿਟ ਦੀ ਗੱਲ ਚੱਲ ਰਹੀ ਹੈ, ਨੈਸ਼ਨਲ ਟੈਕਸ ਦੀ, ਉਹ ਹਜੇ ਮੈਂਡੇਟਰੀ ਹੋ ਸਕਦਾ ਹੈ। ਚੰਡੀਗੜ੍ਹ ਦੇ ਬਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ, ਪੰਜਾਬ ਦੇ ਯੂਥ ਦੇ ਵਿੱਚ ਅੱਜ ਵੀ ਇੱਕ ਭਰਮ ਹੈ, ਅੱਜ ਵੀ ਇੱਕ ਗੱਲ ਹੈ ਕਿ ਚੰਡੀਗੜ੍ਹ ਇੱਕ ਬਹੁਤ ਐਸ਼ ਪ੍ਰਸਤ ਜਿਹੜਾ ਸ਼ਹਿਰ ਹੈ। ਹਾਲਾਂਕਿ ਜਿਹੜੇ ਜਿਨ੍ਹਾਂ ਕੋਲੇ ਪੈਸਾ, ਜਿਹੜੇ ਸક્ષਮ ਨੇ ਇਸ ਸ਼ਹਿਰ ਨੂੰ ਅਫੋਰਡ ਕਰਨ ਦੇ ਲਈ, ਉਹ ਇਹ ਗੱਲ ਕਰਦੇ ਕਿਤੇ ਇਹ ਗੱਲ ਕਰਦੇ ਚੰਗੇ ਵੀ ਸ਼ਾਇਦ ਲੱਗਦੇ ਹੋਣ, ਜਾਂ ਉਹ ਇਹਨਾਂ ਚੀਜ਼ਾਂ ਨੂੰ ਅਫੋਰਡ ਵੀ ਕਰ ਸਕਦੇ ਹੋਣ। ਪਰ ਇੱਥੇ ਇੱਕ ਉਹ ਵੀ ਤਬਕਾ ਰਹਿੰਦਾ ਪੰਜਾਬ ਦੇ ਪਿੰਡਾਂ 'ਚੋਂ, ਪੰਜਾਬ ਦਾ ਯੂਥ ਹੈ, ਜਾਂ ਜਿਹੜੇ ਇੱਥੇ ਕੰਮਕਾਜੀ ਲੋਕ ਨੇ, ਜਿਨ੍ਹਾਂ ਦੀ ਹਾਲਤ ਬਹੁਤ ਸੰਘਰਸ਼ਮਈ ਹੈ, ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸੰਘਰਸ਼ ਹੈ, ਜਿਨ੍ਹਾਂ ਨੂੰ ਕਈ ਘੰਟੇ ਕੰਮ ਕਰਨਾ ਪੈਂਦਾ। ਉਹ ਪਾਸਾ ਵੀ ਤੁਹਾਨੂੰ ਦਿਖਾਉਣ ਜਾ ਰਿਹਾ ਇਸ ਰਿਪੋਰਟ ਦੇ ਵਿੱਚ। ਤੁਸੀਂ ਗਲੋਬਲ ਪੰਜਾਬ TV ਦੇਖ ਰਹੇ ਹੋ ਤੇ ਮੇਰਾ ਨਾਮ ਮਨਪ੍ਰੀਤ ਸਿੰਘ ਹੈ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਆ ਕੇ ਜਿਹੜੇ ਪੰਜਾਬ ਦੇ ਪਿੰਡਾਂ ਤੋਂ ਮੁੰਡੇ, ਵੱਖ-ਵੱਖ ਪਿੰਡਾਂ ਤੋਂ, ਇੱਥੋਂ ਦੇ ਲੋਕਲ ਜਿਹੜੇ ਪਿੰਡ ਨੇ ਉਹਨਾਂ ਤੋਂ ਆ ਕੇ ਰੁਜ਼ਗਾਰ ਦੇ ਲਈ ਕੰਮ ਕਰਦੇ ਨੇ। ਇਹ ਕੰਮ ਹੈ ਜਿਹੜਾ ਟਰਾਂਸਪੋਰਟੇਸ਼ਨ ਦਾ। ਖਾਸ ਤੌਰ ਤੇ ਅਸੀਂ ਗੱਲ ਕਰੀਏ ਤਾਂ ਪੰਜਾਬੀਆਂ ਨੇ ਟਰਾਂਸਪੋਰਟੇਸ਼ਨ ਦੇ ਵਿੱਚ ਇੱਕ ਵੱਖਰਾ ਨਾਮ ਬਣਾਇਆ ਦੁਨੀਆ ਦੇ ਵਿੱਚ। ਕਲਕੱਤਾ ਤੋਂ ਲੈ ਕੇ ਬੰਬੇ, ਕਲਕੱਤਾ ਤੋਂ ਲੈ ਕੇ ਕੈਨੇਡਾ ਤੱਕ ਅੱਜ ਪੰਜਾਬੀ ਜਿਹੜੇ ਟਰੱਕ ਚਲਾਉਂਦੇ ਨੇ। ਇਸ ਦੇ ਨਾਲ ਹੀ ਹਾਲਤ ਕੀ ਹੈ ਜਿਹੜੇ ਟਰਾਂਸਪੋਰਟੇਸ਼ਨ ਦੇ ਨਾਲ ਜੁੜੇ ਹੋਏ ਲੋਕ ਨੇ, ਜਾਂ ਜੋ ਯੂਥ ਹੈ, ਉਹਨਾਂ ਦੀ ਅੱਜ ਦੇ ਵਕਤ ਦੇ ਵਿੱਚ ਕੀ ਹਾਲਤ ਹੈ, ਕਿਸ ਤਰ੍ਹਾਂ ਉਹਨਾਂ ਦੀ ਰੋਜ਼ੀ ਰੋਟੀ ਹੈ ਜਿਹੜੀ ਚੱਲ ਰਹੀ ਹੈ। ਤਾਂ ਚੰਡੀਗੜ੍ਹ ਦੇ ਵਿੱਚ ਆਨਲਾਈਨ ਟੈਕਸੀ ਦਾ ਕੰਮ ਹੈ, ਬਹੁਤ ਵੱਡਾ ਕੰਮ ਹੈ, ਤੁਸੀਂ ਸਾਰੇ ਜਾਣਦੇ ਹੋਗੇ। ਵੱਖ-ਵੱਖ ਐਪਸ ਨੇ, ਓਲਾ ਹੈ, ਉਬਰ ਹੈ, ਹੁਣ ਨਵੀਂ ਇੱਕ ਐਪਲੀਕੇਸ਼ਨ ਹੈ ਇਨਡਰਾਈਵ। ਇਹਦੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਨੇ। ਉਹਨਾਂ ਨੂੰ ਸਹੂਲਤ ਵੀ ਮਿਲਦੀ ਹੈ ਆਪਣੀ ਕਾਰ ਤੋਂ, ਜਿਹੜਾ ਉਹਨੂੰ ਨਾ ਵਰਤ ਕੇ ਉਹ ਜਿਹੜਾ ਪ੍ਰਾਈਵੇਟ ਟੈਕਸੀ ਬੁੱਕ ਕਰਦੇ ਨੇ ਔਰ ਉਹਦੇ ਨਾਲ ਆਪਣਾ ਜਿਹੜਾ ਸਫ਼ਰ ਹੈ ਜਾਂ ਜਿਹੜੀ ਵਾਟ ਹੁੰਦੀ ਹੈ ਉਹਨੂੰ ਤੈਅ ਕਰਦੇ ਨੇ। ਇੱਥੇ ਦੂਜੇ ਪਾਸੇ ਇਹਨਾਂ ਕੰਪਨੀਆਂ ਨੇ ਰੁਜ਼ਗਾਰ ਵੀ ਦਿੱਤਾ ਹੋਇਆ। ਡਰਾਈਵਰ ਨੂੰ ਵੀ ਜਿਹੜਾ ਉਸ ਦੇ ਲਈ ਉਹਦਾ ਜਿਹੜਾ ਕਮਾਈ ਆ ਉਹ ਮਿਲਦੀ ਆ, ਉਸ ਨੂੰ ਜਿਹੜਾ ਰੁਜ਼ਗਾਰ ਹੈ ਕੰਪਨੀਆਂ ਦਿੰਦੀਆਂ ਨੇ। ਗਾਹਕ ਨੂੰ ਵੀ ਸਹੂਲਤ ਹੈ। ਇਹ ਕੰਪਨੀਆਂ ਇੱਕ ਜਿਹੜਾ ਮਾਧਿਅਮ ਬਣ ਕੇ ਇਹ ਜਿਹੜਾ ਰੁਜ਼ਗਾਰ ਦੀ ਫੈਸਿਲਿਟੀ ਆ ਉਹ ਪ੍ਰੋਵਾਈਡ ਕਰਾ ਰਹੀਆਂ ਨੇ ਔਰ ਇੱਕ ਸਹੂਲਤ ਹੈ ਜਿਹੜੀ ਉਹ ਦੇ ਰਹੀਆਂ ਨੇ। ਪਰ ਹਾਲਤ ਕੀ ਹੈ ਮੌਜੂਦਾ ਟੈਕਸੀ ਲਾਈਨ ਦੇ ਜਿਹੜੇ ਡਰਾਈਵਰ ਨੇ ਚੰਡੀਗੜ੍ਹ ਦੇ ਵਿੱਚ ਕੰਮ ਕਰਨ ਵਾਲੇ, ਉਹਨਾਂ ਦਾ ਹਾਲ ਕੀ ਹੈ ਅਸੀਂ ਜਾਣਦੇ ਹਾਂ। ਸਾਡੇ ਨਾਲ ਇੱਥੋਂ ਵੱਖ-ਵੱਖ ਜਿਹੜੇ ਕਿੰਨੇ ਸਮੇਂ ਤੋਂ ਤੁਸੀਂ ਕੰਮ ਕਰ ਰਹੇ ਹੋ ਜੀ? ਸਰ ਜੀ 1999 ਤੋਂ ਜਦੋਂ ਕੈਬ ਵਗੈਰਾ ਵੀ ਨਹੀਂ ਸੀਗੀਆਂ ਉਦੋਂ ਤੋਂ ਕੰਮ ਕਰ ਰਹੇ ਹਾਂ। ਅਤੇ ਐਗਰੀਗੇਟਰ 'ਚੋਂ ਕਮ ਸੇ ਕਮ ਸਮਝ ਲਓ ਵੀ 8 ਤੇ 10 ਸਾਲ ਇਸ ਲਾਈਨ 'ਚ ਵੀ ਹੋ ਗਏ, ਔਨਲਾਈਨ ਵਾਲੀਆਂ 'ਚ ਕੰਮ ਕਰਦਿਆਂ ਨੂੰ ਆਪਾਂ ਨੂੰ। ਤੁਸੀਂ ਟੈਕਸੀ ਲਾਈਨ ਦੇ ਨਾਲ ਜਿਹੜਾ 1999 ਤੋਂ ਤੁਸੀਂ ਕਹਿ ਰਹੇ ਹੋ ਜੁੜੇ ਹੋ, ਇਹ ਜਿਹੜਾ ਔਨਲਾਈਨ ਮਾਧਿਅਮ ਆਇਆ ਇਹਦੇ ਨਾਲ ਕਦੋਂ ਜੁੜੇ? ਜਿਹੜਾ ਔਨਲਾਈਨ ਮਾਧਿਅਮ ਆਇਆ ਇਹਦੇ ਨਾਲ ਆਪਾਂ ਨੂੰ 8 ਤੇ 10 ਸਾਲ ਹੋ ਗਏ ਜੀ ਜੁੜੇ ਨੂੰ ਜੀ। ਔਨਲਾਈਨ ਨਾਮ ਕੀ ਹੈ? ਹਰਵਿੰਦਰ ਸਿੰਘ ਹੈ ਸਰ ਜੀ।
ਹੁਣ ਜਿਸ ਤਰ੍ਹਾਂ ਮੁਸ਼ਕਲਾਂ ਦੀ ਗੱਲ ਕੀਤੀ ਸੀ, ਅੱਜ ਦੇ ਸਮੇਂ ਦੇ ਵਿੱਚ ਕੀ ਸੰਕਟ ਹੈ ਤੁਹਾਡੇ ਇਸ ਕੰਮ ਦੇ ਵਿੱਚ, ਕੀ ਸਮੱਸਿਆਵਾਂ ਜਿਹੜੀਆਂ ਆ ਰਹੀਆਂ? ਸਭ ਤੋਂ ਵੱਡੀ ਤਾਂ ਅੱਜ ਦੇ ਸਮੇਂ 'ਚ ਸੰਕਟ ਇਹ ਆ ਰਿਹਾ ਕਿ ਹਰੇਕ ਪਾਸੇ ਮਹਿੰਗਾਈ ਵੱਧ ਰਹੀ ਹੈ। ਅੱਜ ਤੋਂ ਥੋੜ੍ਹੇ ਸਮੇਂ ਪਹਿਲਾਂ ਜਦੋਂ 5-6 ਸਾਲ ਪਹਿਲਾਂ ਪਿੱਛੇ ਵੀ ਝਾਤ ਮਾਰੀਏ ਤਾਂ CNG 40 ਰੁਪਏ 42 ਰੁਪਏ ਸੀਗੀ, ਅਤੇ ਉਸ ਸਮੇਂ ਰੇਟ ਜਿਹੜਾ ਸੀਗਾ ਉਹ ਸਾਨੂੰ 15 ਤੋਂ 18 ਰੁਪਏ ਮਿਲਦਾ ਸੀਗਾ। ਅੱਜ CNG ਪੈਟਰੋਲ 192 ਦੇ ਕਰੀਬ ਚਲੇ ਗਈ ਹੈ CNG, ਅਤੇ ਅੱਜ ਜਿਹੜਾ ਰੇਟ ਮਿਲ ਰਿਹਾ ਹੈ ਉਹ 12 ਰੁਪਏ ਮਿਲ ਰਿਹਾ ਹੈ। ਇਸ ਦੇ ਨਾਲ ਸਾਡਾ ਰੇਟ ਵਧਣਾ ਚਾਹੀਦਾ ਕਿ ਘਟਣਾ ਚਾਹੀਦਾ, ਇਹ ਸਭ ਤੋਂ ਵੱਡੀ ਸਮੱਸਿਆ ਹੈ। ਨਾ ਕੰਪਨੀਆਂ ਵਿੱਚ ਕੋਈ ਸੁਣਵਾਈ ਹੈ, ਨਾ ਪ੍ਰਸ਼ਾਸਨ ਦੀ ਸੁਣਵਾਈ ਹੈ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਜਿਹੜਾ ਡਰਾਈਵਰੀ ਦਾ ਇਹ ਕੈਬਾਂ ਦਾ ਧੰਦਾ ਇਹ ਹੈਂਡ ਟੂ ਮਾਊਥ ਹੋ ਚੁੱਕਿਆ ਇਸ ਟਾਈਮ। ਤਾਂ ਹੋਰ ਇਹਦੇ ਵਿੱਚ ਟੈਕਸ ਵੀ ਉੱਦਾਂ ਦੇ ਨੇ, ਤੁਸੀਂ ਕਹਿੰਦੇ CNG ਦਾ ਰੇਟ ਹੋ ਰਿਹਾ, ਟੈਕਸਾਂ ਦੇ ਵਿੱਚ ਕੋਈ ਛੂਟ ਮਿਲੀ? ਸਵੈ ਰੁਜ਼ਗਾਰ ਦੀ ਗੱਲ ਸਰਕਾਰ ਕਰਦੀ ਹੈ, ਚਾਹੇ ਕੇਂਦਰ ਦੇ ਵਿੱਚ ਸਰਕਾਰਾਂ ਨੇ ਜਾਂ ਪੰਜਾਬ ਦੀ ਸਰਕਾਰ ਹੈ, ਕਿ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਦੇਵਾਂਗੇ ਅਸੀਂ, ਤੁਸੀਂ ਸਾਡੇ ਕੋਲ ਆਓ, ਅਸੀਂ ਤੁਹਾਨੂੰ ਲੋਨ ਦੇਵਾਂਗੇ ਅਤੇ ਤੁਸੀਂ ਆਪਣਾ ਜਿਹੜਾ ਸਵੈ ਕਿੱਤਾ ਕਰੋ। ਇਹ ਤੁਹਾਡਾ ਸਵੈ ਕਿੱਤਾ ਆਪਣੇ ਪੈਸੇ ਲਗਾ ਕੇ ਕਰ ਰਹੇ ਹੋ। ਤਾਂ ਮੇਰੇ ਹਿਸਾਬ ਨਾਲ ਜਿਹੜੀਆਂ ਸਰਕਾਰਾਂ ਸਵੈ ਰੋਜ਼ਗਾਰ ਦੀ ਗੱਲ ਕਰ ਰਹੀਆਂ ਹੈ ਉਹ ਸਿਰਫ ਗੱਲਾਂ ਹੀ ਨੇ ਮੇਰੇ ਵੀਰ, ਠੀਕ ਹੈ ਨਾ। ਸਰਕਾਰਾਂ ਬਾਈ ਨਾ ਕਿਸੇ ਨੂੰ ਸਵੈ ਰੋਜ਼ਗਾਰ ਦੇ ਰਹੀਆਂ, ਨਾ ਸਰਕਾਰਾਂ ਕਿਸੇ ਨੂੰ ਫੰਡ ਦੇ ਰਹੀਆਂ, ਇਹ ਸਭ ਗੱਲਾਂ ਨੇ, ਠੀਕ ਹੈ। ਮੈਂ ਹਰੇਕ ਕਿੱਤੇ 'ਚ ਧੱਕੇ ਖਾ ਕੇ ਦੇਖ ਲਏ ਵੇ ਆ। ਸਰਕਾਰਾਂ ਸਿਰਫ ਇਹ ਸਵੈ ਰੋਜ਼ਗਾਰ ਦੇ ਸਿਰਫ ਸ਼ੋਸ਼ੇ ਆ। ਨੌਜਵਾਨ ਜੇ ਸਵੈ ਰੋਜ਼ਗਾਰ ਦੇ ਨਾਲ ਜੁੜੇ ਵੇ ਆ, ਤੁਸੀਂ ਇੱਕ ਚੀਜ਼ ਦੇਖੋ ਯਾਰ, ਇਕੱਲੇ ਕੈਬ ਦੇ ਕਿੱਤੇ ਨਾਲ 12,000 ਪਰਿਵਾਰ ਜੁੜੇ ਵੇ ਆ। 12,000 ਪਰਿਵਾਰ ਟਰਾਈ ਸਿਟੀ 'ਚ ਇਕੱਲੇ ਕੈਬ ਦੇ ਕਿੱਤੇ ਨਾਲ ਜੁੜੇ ਵੇ ਆ। ਕਿਆ ਸਰਕਾਰਾਂ ਨੂੰ ਨਹੀਂ ਪਤਾ ਚੱਲ ਰਿਹਾ ਵੀ ਇਹਨਾਂ ਦੇ ਕੀ ਹਾਲਤ ਹੋ ਗਈ ਵੀ ਹੈ ਇਸ ਟਾਈਮ, ਠੀਕ ਹੈ ਨਾ। ਸਰਕਾਰਾਂ ਨੂੰ ਸਭ ਪਤਾ ਵੀ ਇਹਨਾਂ ਦੇ ਕਿਆ ਹਾਲਾਤ ਹੈ, ਪਰ ਜੇ ਸਰਕਾਰਾਂ ਸਵੈ ਰੋਜ਼ਗਾਰ ਦੀ ਗੱਲ ਕਰਦੀਆਂ ਏ ਤਾਂ ਸਰਕਾਰਾਂ ਜਿਹੜੀਆਂ ਕੰਪਨੀਆਂ ਇਹ ਇੰਟਰਨੈਸ਼ਨਲ ਨੈਸ਼ਨਲ ਜਿਹੜੀ ਵੀ ਕੰਪਨੀਆਂ ਏ, ਇਹਨਾਂ ਨੂੰ ਕੰਪੀਟੀਸ਼ਨ ਕਮਿਸ਼ਨ ਆਫ ਇੰਡੀਆ ਬਣਿਆ ਵਾ ਐਡਾ ਬੜਾ, ਉਹਦਾ ਲਾਅ ਦੇ ਮੁਤਾਬਕ ਇਹਨਾਂ ਦੇ ਸਾਡੇ ਰੇਟ ਕਿਉਂ ਨਹੀਂ ਨਿਰਧਾਰਿਤ ਕਰਦੀਆਂ ਸਰਕਾਰਾਂ? ਇਹ ਸਾਰੀਆਂ ਗੱਲਾਂ ਬੈਠ ਕੇ ਟੇਬਲਾਂ 'ਤੇ ਜਾਂ ਮੀਡੀਆ ਦੇ ਵਿੱਚ ਦੇਣੀਆਂ ਬੜੀਆਂ ਚੰਗੀਆਂ ਲੱਗਦੀਆਂ ਨੇ। ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਕਹਾਂਗਾ ਵੀ ਹੁਣ ਨਵੀਂ ਸਰਕਾਰ ਬਣੀ ਹੈ, ਜੇ ਪੰਜਾਬ ਦੀ ਜੇ ਸਵੈ ਰੋਜ਼ਗਾਰ ਦੀ ਗੱਲ ਕਰਦੀ ਹੈ ਤਾਂ ਸਵੈ ਰੋਜ਼ਗਾਰ ਹੈ ਬਾਈ ਸਾਹਿਬ, ਨਾ ਪੋਸਟਰਾਮਾ ਹੋਵੇ ਨਾ ਮੀਡੀਆ 'ਚ ਹੋਵੇ। ਸਵੈ ਰੋਜ਼ਗਾਰ ਦੇਣ ਵਾਸਤੇ ਤੁਹਾਨੂੰ ਕਾਨਫਰੰਸਾਂ ਨੌਜਵਾਨਾਂ ਨਾਲ ਕਰਨੀਆਂ ਪੈਣੀਆਂ, ਗਰਾਊਂਡ ਦੇ ਵਿੱਚ ਉਤਰ ਕੇ, ਤਾਂ ਤੁਹਾਨੂੰ ਪਤਾ ਚੱਲਣਾ ਵੀ ਸਵੈ ਰੋਜ਼ਗਾਰ ਨੌਜਵਾਨ ਚਾਹੁੰਦੇ ਆ ਜਾਂ ਕਿਆ ਚਾਹੁੰਦੇ। ਉਹਨਾਂ ਦੇ ਕਾਰੋਬਾਰ ਨੂੰ ਚਲਾਉਣ ਵਾਸਤੇ ਉਹੀ ਜੀ ਫੰਡਿੰਗ ਵੀ ਪੂਰੀ ਕਰਨੀ ਪੈਣੀ ਹੈ। ਸਰਕਾਰ ਦੇ ਹਾਲਾਤ ਮੈਂ ਤੁਹਾਨੂੰ ਸਰਕਾਰ ਦੇ ਹਾਲਾਤ ਦੱਸਦਾ। 12,000 ਕਰੋੜ ਸਰਕਾਰ ਨੇ ਪਹਿਲੇ ਬਣਦੀ ਸਾਰੇ ਚੱਕ ਲਿਆ, 25,000 ਕਰੋੜ ਰੁਪਈਆ ਹੋਰ ਚੱਕ ਲਿਆ। ਯਾਰ ਕਾਹਦਾ ਸਵੈ ਰੋਜ਼ਗਾਰ ਹੈ? ਤਾਂ ਪਹਿਲੀ ਸਰਕਾਰ ਲੋਨ ਪਰ ਚੱਲ ਰਹੀ ਹੈ। ਬਿਜਲੀ ਮੁਫਤ ਦੇਣ ਦੀ ਕਿਆ ਲੋੜ ਸੀ ਜਦੋਂ ਆਪਾਂ ਨੂੰ ਪੈਸੇ ਚੱਕਣੇ ਪੈ ਰਹੇ ਆ ਵਾਰ-ਵਾਰ। ਚਲੋ ਉਹ ਵੀ ਇੱਕ ਪਾਸਾ ਉਹਨਾਂ ਸਹੂਲਤਾਂ ਦਾ ਜਾਂ ਜਿਹੜਾ ਜੋ ਵੀ ਸਰਕਾਰ ਨੀਤੀਆਂ ਨੇ ਸਰਕਾਰ ਦੀਆਂ ਹੁਣ ਤੱਕ ਦੀਆਂ। ਤੁਸੀਂ ਕੀ ਚਾਹੁੰਦੇ ਹੋ ਇਸ ਵਕਤ? ਇੱਕ 1 ਬਾਈ 1 ਕਰਕੇ ਤੁਸੀਂ ਦੱਸਣਾ ਹੋਵੇ ਤਾਂ ਇਸ ਟਾਈਮ ਕੀ ਮੁਸ਼ਕਲਾਂ ਨੇ? ਜਿਵੇਂ ਤੁਸੀਂ ਕਿਹਾ ਕਿ CNG ਦਾ ਰੇਟ ਦੁੱਗਣਾ ਹੋ ਗਿਆ, ਪਰ ਜਿਹੜੇ ਕਿਰਾਏ ਦੇ ਰੇਟ ਸੀ ਉਹ ਉਨੇ ਹੀ ਨੇ। ਪਹਿਲੀ ਤਾਂ ਮੁਸ਼ਕਿਲ ਇਹੀ ਹੈ ਵੀ CNG ਦਾ ਰੇਟ ਦੁੱਗਣਾ, ਕਿਰਾਏ ਦੇ ਰੇਟ ਉਨੇ ਹੀ ਨੇ। ਦੂਸਰੀ ਗੱਲ ਇਹ ਹੈ ਵੀ ਬੰਦਿਆਂ ਕੋਲ ਇਸ ਟਾਈਮ ਬਾਈ ਟੈਕਸ ਭਰਾਉਣ ਜੋਗੇ ਵੀ ਪੈਸੇ ਨਹੀਂ ਹੈਗੇ, ਠੀਕ ਹੈ ਨਾ। ਜਿਹੜੀਆਂ ਇੰਸ਼ੋਰੈਂਸਾਂ ਬੰਦਿਆਂ ਦੀਆਂ 20-25 ਹਜ਼ਾਰ ਦੀਆਂ ਹੋ ਰਹੀਆਂ ਨੇ ਉਹ ਵੀ ਨਹੀਂ ਕਰਾ ਪਾ ਰਹੇ, ਠੀਕ ਹੈ। ਉਸ ਤੋਂ ਬਾਅਦ ਆ ਗਿਆ ਪੈਨਿਕ ਬਟਨ GPS, ਠੀਕ ਹੈ। ਸਰਕਾਰ ਸਾਡੇ ਦੇ ਉੱਤੇ ਨਵੀਂ ਤੇ ਨਵੀਂ ਚੀਜ਼ ਥੋਪ ਰਹੀ ਹੈ, ਠੀਕ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਸਿਰਫ 15 ਅਪ੍ਰੈਲ ਤੱਕ ਦਾ ਟਾਈਮ ਦਿੱਤਾ ਪੈਨਿਕ ਬਟਨ GPS ਲਾਉਣ ਵਾਸਤੇ। ਉਸ ਪ੍ਰਸ਼ਾਸਨ ਨੂੰ ਪੁੱਛਿਆ ਜਾਵੇ, ਜੇ ਪੈਨਿਕ ਬਟਨ GPS ਸਮਝ ਲਓ ਵੀ ਕਸਟਮਰ ਨੂੰ ਸਿਕਿਉਰਿਟੀ ਪ੍ਰਦਾਨ ਕਰਨ ਦੀ ਜ਼ਿੰਮੇਵਾਰੀ ਹੈ, ਠੀਕ ਹੈ ਨਾ। ਸਰਕਾਰ ਚੁਣੀ ਲੋਕਾਂ ਨੇ। ਸਰਕਾਰ ਕਿਸ ਕਰਕੇ ਚੁਣੀ ਲੋਕਾਂ ਨੇ? ਕਿ ਸਰਕਾਰ ਨੂੰ ਸਿਕਿਉਰਿਟੀ ਪ੍ਰਦਾਨ ਕਰਨ ਵਾਸਤੇ ਚੁਣੀ ਹੈ ਨਾ ਲੋਕਾਂ ਨੂੰ। ਜੇ ਸਰਕਾਰ ਲੋਕਾਂ ਨੂੰ ਸਿਕਿਉਰਿਟੀ ਪ੍ਰਦਾਨ ਨਹੀਂ ਕਰ ਸਕਦੀ ਤਾਂ ਪੈਨਿਕ ਬਟਨ ਜਾਂ GPS ਸਾਡੀ ਗੱਡੀਆਂ 'ਚ ਸਾਨੂੰ ਲਵਾਉਣ ਦੀ ਬਜਾਏ ਸਰਕਾਰ ਲਵਾ ਕੇ ਦੇਵੇ ਨਾ। ਲੋਕਾਂ ਨੇ ਸਰਕਾਰ ਨੂੰ ਚੁਣਿਆ ਨਾ ਵੀ ਉਹਨਾਂ ਦੀ ਸਿਕਿਉਰਿਟੀ ਵਾਸਤੇ, ਜਾਂ ਫਿਰ ਸਰਕਾਰ ਆਪਣੇ ਹੱਥ ਖੜੇ ਕਰੇ ਵੀ ਭਾਈ ਅਸੀਂ ਪਬਲਿਕ ਨੂੰ ਸਿਕਿਉਰਿਟੀ ਨਹੀਂ ਪ੍ਰੋਵਾਈਡ ਕਰਾ ਸਕਦੇ। ਉਹਦਾ ਬੋਝ ਤੁਹਾਡੇ ਤੇ ਤੁਸੀਂ ਕਹਿੰਦੇ ਪੈ ਰਿਹਾ, ਜਿਹੜਾ ਉਹਦਾ ਖਰਚਾ ਹੋਏਗਾ। ਹਾਂ, ਉਹ ਖਰਚਾ ਸਾਡੇ ਤੇ ਪੈ ਰਿਹਾ, ਤੇ ਉਹਦਾ ਕਮ ਸੇ ਕਮ 6500 ਰੁਪਏ ਦਾ 2 ਸਾਲ ਦਾ ਰਿਚਾਰਜ ਹੈ। ਸਰਕਾਰ ਨੂੰ ਇਹ ਸਾਰੀਆਂ ਚੀਜ਼ਾਂ ਜਾਂ ਤਾਂ ਕੰਪਨੀ ਸਾਨੂੰ ਲਵਾ ਕੇ ਦੇਣੇ ਬਟਨ, ਪੈਨਿਕ ਬਟਨ ਔਰ GPS, ਜਾਂ ਸਾਨੂੰ ਸਰਕਾਰ ਲਵਾ ਕੇ ਦੇਵੇ। ਜੇ ਸਰਕਾਰ ਸਿਕਿਉਰਿਟੀ ਦਾ ਸਿੱਧਾ ਪਰਪਸ ਸਰਕਾਰ ਨਾਲ ਹੈ। ਕਿਸੇ ਵੀ ਇਨਸਾਨੀਅਤ ਨੂੰ ਸਿਕਿਉਰਿਟੀ ਪ੍ਰੋਵਾਈਡ ਕਰਾਉਣੀ, ਉਹਦੀਆਂ ਮੁੱਢਲੀਆਂ ਜ਼ਰੂਰਤਾਂ ਪ੍ਰੋਵਾਈਡ ਕਰਾਉਣੀਆਂ ਸਰਕਾਰ ਦੀ ਜ਼ਿੰਮੇਵਾਰੀ ਹੈ, ਨਾ ਕਿ ਹੁਣ ਇੱਥੇ ਕੈਬ ਚਾਲਕ ਨੂੰ ਪੈਸੇ ਤਾਂ ਮਿਲ ਨਹੀਂ ਰਹੇ ਉਹ ਜੇ। ਉਸ ਦੀ ਸਮਝ ਲਓ ਵੀ ਜੇ ਸਾਲ ਦੇ ਵਿੱਚ ਬੜੀ ਹੱਦ ਸਾਲ ਦੇ ਵਿੱਚ ਇੱਕ ਬੰਦੇ ਨੂੰ ਗੱਡੀ ਚਲਾ ਕੇ 9,000 ਰੁਪਇਆ ਵੱਧਦਾ ਸਾਲ ਦਾ ਜੀ। ਲੇਬਰ ਕਲਾਸ ਤੋਂ ਵੀ ਥੱਲੇ ਇਸ ਟਾਈਮ ਹਾਲਾਤ ਨੇ। ਬਾਈ ਜੀ, ਬਾਹਰ ਜਿਹੜੇ ਸਾਡੇ ਪੰਜਾਬੀ ਭਾਈਚਾਰੇ ਦੇ ਲੋਕ ਨੇ ਉਹ ਜਦੋਂ ਟੈਕਸੀ ਦੇ ਬਿਜ਼ਨਸ ਦੀ ਗੱਲ ਕਰਦੇ ਤਾਂ ਵਧੀਆ ਮੰਨਿਆ ਜਾਂਦਾ ਉੱਥੇ, ਤਾਂ ਇੱਥੇ ਹੁਣ ਕੀ ਇੱਦਾਂ ਦੇ ਹਾਲਾਤ ਬਣੇ? ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਵੀਰ ਜੀ ਇੱਕੋ ਗੱਲ ਕਹਿਣਾ ਚਾਹੁੰਦਾ ਜੀ। ਦੇਖੋ, ਸਭ ਤੋਂ ਵੱਡੀ ਗੱਲ ਇਹ ਹੈ ਵੀ ਜੋ ਅੱਜ ਦੇ ਟਾਈਮ 'ਚ ਅਸੀਂ ਅਗਰ ਕੋਈ ਗੱਡੀ ਲੈਂਦੇ ਆਂਗੇ, ਉਹ ਗੱਡੀ ਘੱਟ ਤੋਂ ਘੱਟ ਤੁਸੀਂ ਐਂ ਲਾ ਲਓ ਵੀ 7 ਲੱਖ ਦੇ ਆਸ-ਪਾਸ ਦੀ ਗੱਡੀ ਹੁੰਦੀ ਹੈਗੀ।
7 ਲੱਖ ਪਲੱਸ ਉਸ ਤੋਂ ਬਾਅਦ ਸਾਨੂੰ ਕਮਰਸ਼ੀਅਲ ਟੈਕਸ ਲੱਗ ਜਾਂਦੇ ਨੇ ਉੱਪਰ, ਤੇ ਉਹ ਗੱਡੀ ਤੁਸੀਂ ਐਂ ਲਾ ਲਓ ਵੀ ਘੱਟੋ ਘੱਟ ਸਾਨੂੰ ਪੈ ਜਾਂਦੀ ਹੈ ਵੀ ਉਹੀ 8.5 ਲੱਖ ਨੂੰ ਪੈ ਜਾਂਦੀ ਆ। ਔਰ ਅਗਰ ਤੁਸੀਂ 1 ਸਾਲ ਦੀ ਅਗਰ ਮੈਂ ਤੁਹਾਨੂੰ ਇਨਕਮ ਦੱਸਾਂ ਸਰ, ਤੇ 1 ਸਾਲ ਦੇ ਵਿੱਚ ਘੱਟੋ ਘੱਟ ਤੁਸੀਂ ਐਂ ਹਿਸਾਬ ਲਾ ਲਓ ਵੀ ਗੱਡੀ ਦੇ 60 ਤੋਂ 70 ਹਜ਼ਾਰ ਦੇ ਵਿੱਚ ਖਰਚੇ ਨੇ, ਠੀਕ ਹੈ ਜੀ। ਜਿਹਦੇ ਵਿੱਚ ਸਾਡੀ ਡੇਲੀ ਦੀ ਅਗਰ ਅਰਨਿੰਗ ਦੀ ਗੱਲ ਕਰਾਂਗੇ, ਅਸੀਂ 1500 ਦਾ ਮੈਕਸਿਮਮ ਮਤਲਬ ਕਹਿਣ ਦਾ ਟੋਟਲ 1500 ਰੁਪਇਆ ਪਰ ਡੇ ਦਾ ਅਸੀਂ ਬਚਾ ਰਹੇ ਹਾਂਗੇ, ਜਿਹਦੇ ਵਿੱਚੋਂ ਬਚਾਉਣ ਤੋਂ ਬਾਅਦ ਅਸੀਂ ਖਰਚੇ ਪੇਡ ਕਰਨੇ ਨੇ। ਜਿਵੇਂ ਕੰਪਨੀਆਂ ਅਗਰ 2500 ਦਾ ਕੰਮ ਦਿੰਦੀਆਂ ਨੇ, 2500 ਦੇ ਵਿੱਚੋਂ ਕੁਝ ਕੁ ਪਰਸੈਂਟੇਜ ਉਹ ਕੱਟ ਲੈਂਦੀਆਂ ਨੇ, 30-35% ਵਾਂਗੂ। ਉਸ ਤੋਂ ਬਾਅਦ ਜੋ ਬਚਦਾ ਗਾ ਉਸ ਦੇ ਨਾਲ ਅਸੀਂ ਆਪਦੇ ਖਰਚੇ ਮੇਨਟੇਨ ਕਰਦੇ ਹਾਂ, ਜਿਹਦੇ ਵਿੱਚ ਪੈਟਰੋਲ ਦਾ, CNG ਦਾ ਲਾ ਲਓ, ਜਾਂ ਫਿਰ ਕੋਈ ਵੀ ਮੇਨਟੇਨੈਂਸ ਐਵਰੀਥਿੰਗ, ਠੀਕ ਹੈ ਜੀ। ਹੁਣ ਤੁਸੀਂ ਐਂ ਦੇਖ ਲਓ ਵੀ ਇਹੋ ਜਿਹੇ ਹਾਲਾਤ ਹੋ ਚੁੱਕੇ ਨੇ, ਅਸੀਂ ਆਪਦੇ ਪੱਲਿਓਂ ਦੇ ਰਹੇ ਹਾਂਗੇ। ਬਲਕਿ ਜੋ ਅਕੋਰਡਿੰਗ ਟੂ ਲਾਅ, ਅਗਰ ਅਕੋਰਡਿੰਗ ਟੂ ਲਾਅ UT ਦਾ ਅਗਰ ਦੇਖਾਂਗੇ ਲਾਅ, ਤਾਂ ਉਸ ਦੇ ਅਕੋਰਡਿੰਗ ਸਾਨੂੰ 34 ਰੁਪਏ ਪਰ ਕਿਲੋਮੀਟਰ ਆ ਸਾਨੂੰ ਇੱਥੇ ਤਾਂ। ਪਰ ਲੇਕਿਨ ਜਿਹੜੀ ਸਰਕਾਰ ਆ ਉਹ ਸਾਨੂੰ ਕਿੰਨਾ ਦੇ ਜਿਹੜੀ ਕੰਪਨੀਆਂ ਨੇ ਹੈ ਨਾ, ਅਨਲੀਗਲ ਐਪ ਨੇ ਜਾਂ ਅਨਲੀਗਲ ਆਥੋਰਾਈਜ਼ ਜਿੰਨੇ ਵੀ ਹੈਗੇ ਨੇ ਇੱਥੇ, ਉਹ ਸਾਨੂੰ ਕੀ ਦੇ ਰਹੇ ਨੇ? ਉਹ ਸਾਨੂੰ ਦੇ ਰਹੀਆਂ ਨੇ 12 ਰੁਪਏ ਪਰ ਕਿਲੋਮੀਟਰ, ਬਲਕਿ 13 ਰੁਪਏ 14 ਰੁਪਏ ਤਾਂ ਸਾਨੂੰ ਖੁਦ ਨੂੰ ਪੈਂਦੀ ਹੈਗੀ। ਮਤਲਬ ਇਹੋ ਜਿਹੇ ਹਾਲਾਤ ਕਰ ਰੱਖੇ ਨੇ ਵੀ ਸਾਨੂੰ ਮਾਨਸਿਕ ਤੌਰ 'ਤੇ ਬਿਮਾਰ ਕਰ ਰੱਖਿਆ ਹੈਗਾ ਲੋਕਾਂ ਨੂੰ। ਮਤਲਬ ਜਿਹੜੇ ਡਰਾਈਵਰ ਕੌਮ ਆ ਗਈ ਸਾਡੀ ਅੱਜ ਦੇ ਟਾਈਮ ਦੀ, ਉਹਨਾਂ ਨੂੰ ਮਾਨਸਿਕ ਤੌਰ 'ਤੇ ਬਿਮਾਰ ਕਰ ਰੱਖਿਆ ਇਹਨਾਂ ਕੰਪਨੀਆਂ ਨੇ। ਜੇ ਤੁਸੀਂ ਕੰਮ ਨਹੀਂ ਕਰਦੇ ਤਾਂ ਕਿਸ਼ਤ ਆ ਜੂਗੀ, ਜਾਂ ਹੋਰ ਜਿਸ ਤਰ੍ਹਾਂ ਭਾਈ ਸਾਹਿਬ ਨੇ ਗੱਲ ਕੀਤੀ ਸੀਗੀ ਕਿ ਉਹ ਬੀਮਾ ਜਾਂ ਹੋਰ ਜਿਹੜੇ ਖਰਚੇ ਆ ਜਾਣਗੇ। ਜੇ ਕੰਮ ਕਰਦੇ ਹੋ ਤਾਂ ਕਹਿੰਦੇ ਤੁਸੀਂ ਪੂਰਾ ਰੇਟ ਨਹੀਂ ਮਿਲ ਰਿਹਾ ਸਾਨੂੰ। ਬਿਲਕੁਲ ਵੀਰ ਜੀ, ਮੈਂ ਤੁਹਾਨੂੰ ਉਹੀ ਗੱਲ ਕਹਿਣਾ ਚਾਹੁੰਦਾ ਨਾ, ਦੇਖੋ ਵੀ ਜਦ ਸਾਨੂੰ 12 ਰੁਪਏ ਖੁਦ ਨੂੰ ਪੈ ਰਹੀ ਆ, ਇੱਕ ਅਗਰ ਅਲਟੋ ਗੱਡੀ ਵੀ ਚੱਲ ਰਹੀ ਆ, ਉਹ ਵੀ ਘੱਟੋ ਘੱਟ 11 ਰੁਪਏ ਪਰ ਕਿਲੋਮੀਟਰ ਚੱਲਦੀ ਆ, ਬਲਕਿ 3 ਰੁਪਏ ਪਰ ਕਿਲੋਮੀਟਰ ਨਹੀਂ, 11 ਰੁਪਏ ਪਰ ਕਿਲੋਮੀਟਰ। 3 ਰੁਪਏ ਤਾਂ ਸਿਰਫ ਇੱਕ ਫਿਊਲ ਦੀ ਉਹ ਆ ਗਈ। ਉਸ ਤੋਂ ਬਾਅਦ ਜਿਹੜੇ ਉੱਤੇ ਖਰਚੇ ਨੇ, ਮੇਨਟੇਨੈਂਸ ਹੋ ਗਈ, ਟੈਕਸਿਸ ਹੋ ਗਏ, ਹੈ ਨਾ, ਇੰਸ਼ੋਰੈਂਸ ਹੋ ਗਈ, ਉਹ ਪਰ ਕਿਲੋਮੀਟਰ ਸਾਨੂੰ ਜੋ ਪੈਂਦੀ ਆ, ਅਗਰ ਕੈਲਕੂਲੇਸ਼ਨ ਕੱਢਦੇ ਆ ਤਾਂ ਉਹ ਸਾਨੂੰ 11 ਰੁਪਏ ਪਰ ਕਿਲੋਮੀਟਰ ਆ। ਤੇ ਇਹ 11 ਰੁਪਏ ਪਰ ਕਿਲੋਮੀਟਰ ਸਾਨੂੰ ਖੁਦ ਨੂੰ ਪੈਂਦੀ ਆ, ਬਲਕਿ ਅਸੀਂ ਆਪ ਦਾ ਬਿਜ਼ਨਸ ਸੋਚ ਕੇ ਇੱਥੇ ਉੱਤੇ 12-7-8 ਲੱਖ ਲਾਇਆ ਵੀ ਆ, ਲੇਕਿਨ ਸਾਨੂੰ 11 ਰੁਪਏ ਪੈਂਦੇ। ਮਤਲਬ ਦਿੰਦੇ ਕੀ ਨੇ ਸਾਨੂੰ? 12 ਰੁਪਏ ਜਿਹੜੀਆਂ ਕੰਪਨੀਆਂ ਨੇ ਉਹ ਸਾਰਾ ਆਪ ਹੀ ਮਤਲਬ ਕਹਿਣ ਦਾ ਖਤਮ ਕਰ ਜਾਂਦੀਆਂ ਨੇ। ਜਿਹੜਾ ਰੇਟ ਆ ਕੇ ਕਸਟਮਰ ਤੋਂ ਲੈਂਦੀਆਂ ਨੇ, ਅਗਰ ਉਹ 20 ਰੁਪਏ ਲੈਂਦੇ ਨੇ, 20 ਰੁਪਏ ਦੇ ਵਿੱਚੋਂ ਕੱਟ ਕੇ ਸਾਨੂੰ 12 ਰੁਪਏ ਦਿੰਦੇ ਨੇ, ਜੋ ਕਿ ਸਾਡੀ ਖੁਦ ਦੀ ਇਨਕਮ ਆ। ਸਾਰਾ ਦਾ ਸਾਰਾ ਜੋ ਦੇਖਿਆ ਜਾਵੇ ਤਾਂ ਉਹ ਸਾਰਾ ਕੰਪਨੀਆਂ ਹੀ ਅਰਨ ਕਰ ਰਹੀਆਂ ਨੇ, ਸਾਨੂੰ ਕੁਝ ਅਰਨਿੰਗ ਪੱਲੇ ਨਹੀਂ ਪੈ ਰਹੀ। ਬਲਕਿ ਸਾਡੀਆਂ ਗੱਡੀਆਂ, ਸਾਡੀ ਮੇਨਟੇਨੈਂਸ, ਸਾਰਾ ਕੁਝ ਸਾਡਾ ਜੀ। ਜੀ ਤੁਸੀਂ ਕੁਝ ਕਹਿ ਜਿਵੇਂ ਸਰ ਨੇ ਦੱਸੇ ਵੀ ਇੰਨੇ ਖਰਚੇ ਆ। ਅਸੀਂ ਜਿੰਨੇ ਵੀ ਡਰਾਈਵਰ ਕੋਮਾ 8-8 10 ਲੱਖ ਦੀ ਅਸੀਂ ਗੱਡੀਆਂ ਪਾਈਆਂ ਹੋਈਆਂ, ਠੀਕ ਹੈ। ਉਸ ਤੋਂ ਬਾਅਦ ਇੰਸ਼ੋਰੈਂਸ, ਟੈਕਸ, 50 ਤਰ੍ਹਾਂ ਦੇ ਸਾਡੇ ਉੱਪਰ ਖਰਚੇ ਤੋਪ ਦਿੰਦੇ ਹਨ। ਹਰ ਨਵੇਂ ਆਉਂਦੇ ਰਹਿੰਦੇ। ਪਹਿਲਾਂ ਕਦੇ ਟੈਕਸ ਦਾ ਪਾਤਾ, ਕਦੇ GPS ਬਟਨ ਪਾਤਾ, 20 ਤਰ੍ਹਾਂ ਸਾਡੇ ਉੱਪਰ ਖਰਚੇ ਤੋਪੇ ਹੋਏ ਨੇ। 12-12 14 ਘੰਟੇ ਅਸੀਂ ਗੱਡੀਆਂ ਚਲਾਉਂਦੇ ਹਾਂ, ਰਾਤਾਂ ਸਾਡੀਆਂ ਬਾਹਰ ਕੱਢਦੀਆਂ ਨੇ। ਇਹ ਨਹੀਂ ਪਤਾ ਹੁੰਦਾ ਸਵੇਰੇ ਅਸੀਂ ਕਿੱਥੇ ਹੋਵਾਂਗੇ। ਪੂਰਾ ਟਾਈਮ ਅਸੀਂ ਸੜਕ 'ਤੇ ਹੁੰਦੇ, ਰਿਸਕ ਸਾਡਾ ਹੁੰਦਾ, ਜਾਨ ਦਾ ਰਿਸਕ ਹੁੰਦਾ, ਠੀਕ ਹੈ। ਅਸੀਂ ਉਸ ਤੋਂ ਬਾਅਦ ਸੇਫਟੀ ਨਾਲ ਕਸਟਮਰ ਨੂੰ ਘਰੇ ਵੀ ਪਹੁੰਚਾਉਣਾ, ਇਨਵੈਸਟਮੈਂਟ ਹੋ ਗਈ, ਰਿਸਕ ਹੋ ਗਿਆ, ਸਭ ਕੁਝ ਅਸੀਂ ਮਿਹਨਤ ਵੀ ਕਰ ਰਹੇ। ਉਸ ਤੋਂ ਬਾਅਦ ਸਾਡੀ ਮਿਹਨਤ ਨਹੀਂ ਸਾਨੂੰ ਮਿਲਦੀ ਹੈਗੀ। ਸਭ ਕੁਝ ਮਹਿੰਗਾ ਹੋ ਰੱਖਿਆ। ਗੱਡੀਆਂ ਵੀ ਦੇਖ ਲਓ ਕਿੰਨੀਆਂ ਮਹਿੰਗੀਆਂ ਹੋ ਗਈਆਂ। ਉਸ ਤੋਂ ਬਾਅਦ ਹਰ ਚੀਜ਼, CNG ਦਾ ਰੇਟ ਅੱਜ ਲਾ ਲਓ 45 ਰੁਪਏ ਤੋਂ 90-95 ਰੁਪਏ ਹੋ ਗਿਆ। ਜਦ 45 ਰੁਪਏ ਸੀ ਤਦੋਂ ਵੀ 8-10 ਰੁਪਏ ਕਿਲੋਮੀਟਰ ਸੀ, ਅੱਜ 95 ਰੁਪਏ CNG ਹੋ ਗਿਆ, ਅੱਜ ਵੀ 8 ਰੁਪਏ 10 ਰੁਪਏ ਕਿਲੋਮੀਟਰ ਮਿਲ ਰਿਹਾ। ਇਹ ਤੁਸੀਂ ਆਪ ਦੱਸੋ, ਜਾਇਜ਼? CNG ਦੇ ਰੇਟ ਵੱਧ ਰਹੇ, ਸਾਡੇ ਰੇਟ ਕਿਉਂ ਨਹੀਂ ਵੱਧਦੇ ਹੈਗੇ ਕਿਰਾਏ ਦੇ, ਹੈ ਨਾ। ਤੁਸੀਂ ਹਰ ਚੀਜ਼ ਲਾ ਲਓ ਵੀ ਆਪਣਾ 10-10 ਲੱਖ ਦੀ ਅਸੀਂ ਗੱਡੀਆਂ ਪਾਈਆਂ ਨੇ। ਉਸ ਤੋਂ ਬਾਅਦ ਸਾਨੂੰ ਇੰਨਾ ਵੀ ਨਹੀਂ ਬਚਦਾ ਹੈਗਾ ਵੀ ਮਜ਼ਦੂਰ, ਐਸਾ ਮਜ਼ਦੂਰ ਲੈ ਲਓ, ਉਹਦੀ ਵੀ 700 ਤੋਂ 800 ਰੁਪਏ ਦੀ ਆਈਡੀ ਡੇਲੀ ਦੀ ਹੁੰਦੀ ਹੈ। ਅਸੀਂ ਇੰਨੇ ਖਰਚੇ, ਇੰਨਾ ਰਿਸਕ ਲੈਣ ਤੋਂ ਬਾਅਦ ਵੀ 700-800 ਰੁਪਏ ਨਹੀਂ ਕਰਵਾ ਰਹੇ, ਤੇ ਅਸੀਂ ਇੱਕ ਮਜ਼ਦੂਰ ਤੋਂ ਵੀ ਥੱਲੇ ਹੋ ਗਏ ਹਾਂ। ਇੰਨੀ ਇਨਵੈਸਟਮੈਂਟ, ਇੰਨਾ ਰਿਸਕ ਲੈ ਰਹੇ, ਉਸ ਤੋਂ ਬਾਅਦ ਇੱਕ ਮਜ਼ਦੂਰ ਵੀ ਸਾਡੇ ਤੋਂ ਜ਼ਿਆਦਾ ਕਮਾ ਰਿਹਾ 700-800 ਰੁਪਏ। ਸਾਡੀ ਹਾਲਤ ਇਹ ਕਰਦੀ ਹੈ ਕੰਪਨੀ ਨੇ ਸਾਨੂੰ ਲਾਲਚ ਦੇ ਕੇ ਵੀ ਇੰਨਾ ਤੁਸੀਂ ਕਮਾਓਗੇ, ਇੰਨਾ ਨਹੀਂ ਕਰੂੰਗਾ। ਅਸੀਂ ਲਾਲਚ 'ਚ ਫਸ। ਮਜ਼ਦੂਰਾਂ ਨਾਲ ਕੰਪੈਰੀਜ਼ਨ ਉਹਨਾਂ ਦੇ ਵੀ ਕਈ ਥਾਵਾਂ 'ਤੇ ਹਾਲਾਤ ਜਿਹੜੇ ਇਦਾਂ ਦੇ ਨਹੀਂ ਹੈਗੇ। ਪਰ ਹੁਣ ਤੁਹਾਡੇ ਜੀ ਹਾਂ, ਇੱਕ ਮਜ਼ਦੂਰ ਵੀ ਹੈ ਨਾ ਜਿਹੜਾ 500-800 ਰੁਪਏ ਜਿਹੜੀ ਦਿਹਾੜੀ ਲੈ ਕੇ ਜਾਂਦਾ, ਆਪਣਾ ਉਸ ਨਾਲ ਘਰ, ਸਾਡੀ ਸਥਿਤੀ ਉਹਨਾਂ ਤੋਂ ਵੀ ਉਸ ਤੋਂ ਵੀ ਮਾੜੀ ਹੋ ਗਈ ਸਰ। ਉਹ ਵੀ ਆਪਣਾ 500-800 ਰੁਪਏ ਇੱਕ ਦਿਹਾੜੀ ਘਰੇ ਲੈ ਕੇ ਜਾਂਦਾ, ਤੇ ਉਹਦੇ ਨਾਲ ਆਪਦਾ ਘਰ ਚਲਾ ਰਿਹਾ। ਸਾਡੇ ਤਾਂ ਉਹ ਵੀ ਨਹੀਂ ਆ ਰਿਹਾ ਹੈਗਾ। ਅਸੀਂ ਤਾਂ ਇਹ ਟੈਨਸ਼ਨ ਰਹੀ ਸੀ ਕਿ ਆਪਣਾ ਇੰਸ਼ੋਰੈਂਸ ਕਿੱਥੋਂ ਕਰਾਈਏ, ਆਪਣੇ ਬਾਕੀ ਕਾਗਜ਼ ਕਿੱਥੋਂ ਪੂਰੇ ਕਰੀਏ। ਉਹ ਤਾਂ ਹੁੰਦੇ ਨਹੀਂ। ਅਸੀਂ ਅਗਲੇ ਕਾਗਜ਼ ਛੋੜ ਦੇ ਦਿੰਦੇ ਵੀ ਨਵਾਂ ਸਰਕਾਰ ਕੋਈ ਨਾ ਕੋਈ ਪੰਗਾ ਪਾ ਦਿੰਦੀ ਹੈ। GPS ਦਾ ਪਾਤਾ, ਕਦੇ ਕੋਈ ਖਰਚਾ ਪਾਤਾ। ਹਜੇ ਨੈਸ਼ਨਲ ਪਰਮਿਟ ਦੀ ਗੱਲ ਚੱਲ ਰਹੀ ਹੈ, ਨੈਸ਼ਨਲ ਟੈਕਸ ਦੀ, ਉਹ ਹਜੇ ਮੈਂਡੇਟਰੀ ਹੋ ਸਕਦਾ ਹੈ। ਤੇ ਮਤਲਬ ਇਹਦੇ ਨਾਲ ਮੈਨੂੰ ਤੁਹਾਡੇ ਕੋਲੇ ਵੀ ਆਉਣਾ ਚਾਹੂੰਗਾ ਮੈਂ। ਇਹ ਵੀ ਦੱਸਿਓ ਹੁਣ ਇਹਦੇ ਵਿੱਚ ਕੰਪਨੀਆਂ ਕੀ ਕਰ ਸਕਦੀਆਂ, ਕੰਪਨੀਆਂ ਨੂੰ ਆਪਣੀ ਪਾਲਿਸੀ ਵਿੱਚ ਕੀ ਸੁਧਾਰ ਕਰਨ ਦੀ ਲੋੜ ਹੈ। ਹਾਲਾਂਕਿ ਬਹੁਤ ਸਾਰੇ ਡਰਾਈਵਰ ਸਾਹਮਣੇ ਵੀ ਨਹੀਂ ਆਉਂਦੇ ਹੋਣੇ, ਕਿਉਂਕਿ ਉਹਨਾਂ ਦੇ ਸ਼ਾਇਦ ਅਕਾਊਂਟ ਬੰਦ ਕਰਨ ਦਾ ਵੀ ਇੱਕ ਡਰ ਰਹੇ। ਤੁਸੀਂ ਸਾਹਮਣੇ ਆਏ ਹੋ। ਕੰਪਨੀਆਂ ਜੇ ਸੁਹਿਰਦਤਾ ਨਾਲ ਇਸ ਮਸਲੇ ਨੂੰ ਲੈਣ, ਉਹ ਕੀ ਚੇਂਜਸ ਕਰ ਸਕਦੀਆਂ ਨੇ, ਔਰ ਸਰਕਾਰ ਇਹਦੇ ਬਾਰੇ ਕੀ ਕਰ ਸਕਦੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਨੂ ਸੈਣੀ, ਜਨਰਲ ਸੈਕਟਰੀ ਕੋਸਵਾ ਟਰਾਈ ਸਿਟੀ ਪੰਜਾਬ।
ਭਾਜੀ ਦੇਖੋ, ਮੈਂ ਹੁਣ ਇੱਥੇ ਇਸ ਟਾਈਮ ਮੌਜੂਦਾ 3 ਕੰਪਨੀਆਂ ਦੇ ਬਾਰੇ ਗੱਲ ਕਰਾਂਗਾ, ਓਲਾ, ਉਬਰ ਤੇ ਇਨਡਰਾਈਵਰ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਇਨਡਰਾਈਵਰ ਐਪ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਬਲੌਕ ਲਿਸਟ ਕੀਤਾ ਹੋਇਆ ਆ, ਠੀਕ ਹੈ ਜੀ। ਤੇ ਹੁਣ ਗੱਲ ਕਰੀਏ ਕਿ ਓਲਾ ਉਬਰ ਦੀ, ਹੈ ਨਾ, ਤੇ ਇੱਥੇ ਜ਼ਿਆਦਾਤਰ ਵੀਰਾਂ ਦੀ ਆਪਸ ਦੇ ਵਿੱਚ ਮਤਭੇਦ ਇਹੀ ਹੋ ਜਾਂਦਾ ਆ ਕਿ ਵੀ ਜਿਹੜੀ ਇਨਡਰਾਈਵਰ ਹੈ ਉਹ ਕੱਲੀ ਅਨਲੀਗਲ ਹੈ। ਸੋ ਵੀਰੇ ਗੱਲ ਇੱਥੇ ਅਗਰ ਕਰੀਏ ਅਸੀਂ ਓਲਾ ਉਬਰ ਦੀ ਵੀ, ਤੇ ਓਲਾ ਉਬਰ ਵੀ ਇਸ ਟਾਈਮ ਜਿਹੜੀ ਹੈ ਉਹ ਕੋਈ ਆਪ ਦਾ ਲੀਗਲ ਨਹੀਂ ਹੈਗੀ, ਕਿਉਂਕਿ ਓਲਾ ਉਬਰ ਨੇ ਵੀ ਪ੍ਰਸ਼ਾਸਨ ਨੂੰ ਜੋ ਉਹਦਾ ਬਣਦਾ ਆਪਣਾ ਟੈਕਸ ਹੈਗਾ ਆ, ਉਹ ਵੀ ਅਗਰ ਅਸੀਂ ਦੇਖਿਆ ਜਾਵੇ, ਐਗਜ਼ੈਕਟ ਤਾਂ ਨਹੀਂ ਮੈਂ ਦੱਸ ਸਕਦਾ, ਇੱਕ ਵੈਸੇ ਦੱਸ ਦਿੰਦਾ ਐਸਟੀਮੇਟ ਕਿ 1 ਤੋਂ 1.5 ਕਰੋੜ ਰੁਪਈਆ ਚੰਡੀਗੜ੍ਹ ਪ੍ਰਸ਼ਾਸਨ ਨੂੰ ਓਲਾ ਉਬਰ ਨੇ ਪੇ ਕਰਨਾ ਆ। ਸੋ ਉਸ ਹਿਸਾਬ ਨਾਲ ਓਲਾ ਉਬਰ ਜਿਹੜੀ ਕੰਪਨੀ ਹੈ ਉਹ ਵੀ ਇੱਕ ਅਨਲੀਗਲ ਵੇ ਨਾਲ ਹੀ ਚੱਲ ਰਹੀ ਹੈ। ਸੋ ਤਿੰਨੇ ਹੀ ਕੰਪਨੀਆਂ ਜਿਹੜੀਆਂ ਆ ਸਾਡੀ ਨਜ਼ਰ ਦੇ ਵਿੱਚ ਅਨਲੀਗਲ ਚੱਲ ਰਹੀਆਂ ਆ। ਸਾਡੀ ਪ੍ਰਸ਼ਾਸਨ ਦੇ ਨਾਲ 2-3 ਮੀਟਿੰਗ ਹੋਈ ਆ, ਅਸੀਂ ਪ੍ਰਸ਼ਾਸਨ ਨੂੰ ਕਿਹਾ ਆ ਕਿ ਵੀ ਤੁਸੀਂ ਤਿੰਨੇ ਕੰਪਨੀਆਂ ਬੰਦ ਕਰ ਦਿਓ। ਇਨਡਰਾਈਵਰ ਤਾਂ ਤੁਸੀਂ ਪਹਿਲਾਂ ਹੀ ਮੰਨਦੇ ਹੋ ਕਿ ਵੀ ਅਨਲੀਗਲ ਹੈ, ਠੀਕ ਹੈ ਜੀ, ਬਲੌਕ ਲਿਸਟ ਅਸੀਂ ਕਰੀ ਹੋਈ ਹੈ, ਸੋ ਉਹਨੂੰ ਵੀ ਬੰਦ ਕਰ ਦਿਓ, ਓਲਾ ਉਬਰ ਵੀ ਬੰਦ ਕਰ ਦਿਓ। ਸੋ ਸਾਨੂੰ ਇੱਕ ਆਪਣੀ ਜਿਹੜੀ ਸਰਕਾਰੀ ਐਪ ਹੈ ਉਹ ਤੁਸੀਂ ਲਾਂਚ ਕਰ ਦਿਓ, ਅਸੀਂ ਉਹਦੇ ਨਾਲ ਜੁੜ ਕੇ ਕੰਮ ਕਰਾਂਗੇ। ਸੋ ਜੋ ਬਣਦਾ ਹੋਇਆ 10% ਕਮਿਸ਼ਨ ਅਸੀਂ ਤੁਹਾਨੂੰ ਦੇ ਦਾਂਗੇ। ਸੋ ਉਸ 'ਤੇ ਪ੍ਰਸ਼ਾਸਨ ਨਾਲ 2-3 ਮੀਟਿੰਗਾਂ ਹੋਈਆਂ ਆ। ਸੋ ਹੁਣ ਉਸ 'ਤੇ ਵੀ ਦੁਬਾਰਾ ਹੁਣ ਕੱਲ੍ਹ ਸਾਡੀ ਪ੍ਰੈਸ ਕਾਨਫਰੰਸ ਹੋਈ ਹੈ ਪੰਚਕੂਲੇ ਦੇ ਵਿੱਚ, ਉੱਥੇ ਵੀ ਆਪਣੀ ਕੁਝ ਵੱਡੇ ਅਧਿਕਾਰੀਆਂ ਨਾਲ ਗੱਲ ਹੋਈ ਹੈ, ਠੀਕ ਹੈ ਜੀ। ਸੋ ਅਸੀਂ ਉੱਥੇ ਵੀ ਕੱਲ੍ਹ ਇਹੋ ਮੁੱਦਾ ਰੱਖਿਆ ਆ। ਹੁਣ ਦੇਖੋ ਕੰਪਨੀਆਂ ਸਾਰੀਆਂ ਧੱਕਾ ਕਰਦੀਆਂ, ਕਿਤੇ ਨਾ ਕਿਤੇ ਅਸੀਂ ਇਕੱਲੀ ਇਨਡਰਾਈਵਰ ਨੂੰ ਦੋਸ਼ ਦਿੰਦੇ ਆ, ਚਲੋ ਉਹ ਆਪਣੀ ਜਗ੍ਹਾ 'ਤੇ ਆ। ਹੁਣ ਗੱਲ ਕਰ ਲਈਏ ਓਲਾ ਉਬਰ ਦੀ, ਹੁਣ ਉਬਰ ਆਪਣੇ ਵੀਰਾਂ ਦੀਆਂ ਆਈਡੀਆਂ ਬਲੌਕ ਲਿਸਟ ਕਰ ਦਿੰਦੀ ਆ, ਠੀਕ ਹੈ ਜੀ। ਹੁਣ ਇੱਕ ਆਪਣਾ ਵੀਰ ਹੈ ਗੁਰਮੀਤ ਸੈਣੀ, ਠੀਕ ਹੈ ਜੀ, ਵੈਸੇ ਤਾਂ ਉਹ ਇੱਕ ਧੜ ਤੇ ਪਕਸ਼ ਦੇ ਵਿੱਚ ਹੀ ਹੈ ਕਿ ਇਨਡਰਾਈਵਰ ਨੂੰ ਹੀ ਹਮੇਸ਼ਾ ਉਹ ਟਾਰਗੇਟ ਕਰਦਾ ਕਿ ਇਨਡਰਾਈਵਰ ਅਨਲੀਗਲ ਹੈ। ਆਪਾਂ ਉਹਦੀ ਗੱਲ ਨਾਲ ਬਿਲਕੁਲ ਐਗਰੀ ਹਾਂ, ਬਟ ਹੁਣ ਉਹ ਇਸ ਟਾਈਮ ਕੰਜ਼ਿਊਮਰ ਕੋਰਟ ਦੇ ਵਿੱਚ ਗਿਆ ਹੋਇਆ ਓਲਾ ਦੇ ਅਗੇਂਸਟ ਕਿ ਓਲਾ ਦੀ ਇੱਕ ਉਹਨੇ ਰਾਈਡ ਲਗਾਈ ਔਰ ਉਸ ਨੇ ਕਸਟਮਰ ਤੋਂ ਜੋ ਬਣਦੇ ਸੀਗੇ ਸਟੇਟ ਟੈਕਸ ਔਰ ਟੋਲ ਟੈਕਸ ਲਏ, ਜੋ ਕਿ ਬਿਲਕੁਲ ਉਹਨੇ ਜਾਇਜ਼ ਲਏ, ਠੀਕ ਹੈ ਜੀ। ਤੇ ਓਲਾ ਦੇ ਕਸਟਮਰ ਨੇ ਚੱਕ ਕੇ ਕੰਪਲੇਂਟ ਪਾਤੀ। ਕੀ ਓਲਾ ਦੀ ਡਿਊਟੀ ਫਰਜ਼ ਨਹੀਂ ਬਣਦਾ ਸੀਗਾ ਕਿ ਤੁਸੀਂ ਰਾਈਡਰ ਦੀ ਕੰਪਲੇਂਟ ਸੁਣੀ ਹੈ ਤੇ ਉਸ ਰਾਈਡਰ ਗੁਰਮੀਤ ਸੈਣੀ ਦੀ ਵੀ ਤੁਸੀਂ ਕੰਪਲੇਂਟ ਸੁਣਦੇ, ਉਸ ਤੋਂ ਬਾਅਦ ਤੁਸੀਂ ਉਸ 'ਤੇ ਐਕਸ਼ਨ ਲੈਂਦੇ? ਉਹਨਾਂ ਨੇ ਸਿਰਫ ਕੰਪਨੀ ਨੇ ਸਿਰਫ ਕਸਟਮਰ ਦਾ ਜਿਹੜਾ ਪੱਖ ਹੈ ਉਹੀ ਦੇਖਿਆ, ਕਸਟਮਰ ਦਾ ਪੱਖ ਦੇਖਦੇ ਹੋਏ ਉਸ ਜਿਹੜਾ ਆਪਣਾ ਡਰਾਈਵਰ ਵੀਰ ਗੁਰਮੀਤ ਸੈਣੀ ਆ ਉਹਦੇ ਅਕਾਊਂਟ ਦੇ ਵਿੱਚੋਂ 300-400 ਰੁਪਈਆ ਮਾਈਨਸ ਕਰਤਾ, ਉਹਦੇ ਵੱਲ ਕੱਢਤਾ। ਚਲੋ ਇੱਕ ਵਾਰ ਹੋ ਗਿਆ, ਉਸ ਤੋਂ ਬਾਅਦ 1-2 ਦਿਨ ਬਾਅਦ ਫਿਰ ਕੰਪਨੀ ਨੇ ਉਸੇ ਤਰ੍ਹਾਂ ਹੀ ਰਿਪੀਟ ਕਰਤਾ ਕਿ ਉਹੀ ਜਿਹੜਾ ਬੈਲੈਂਸ ਪਹਿਲਾਂ ਕੱਟਿਆ ਸੀਗਾ ਉਹੀ ਦੁਬਾਰਾ ਫੇਰ ਕੱਟ ਕੇ ਉਹਦਾ ਮਾਈਨਸ ਕਰਤਾ। ਇਸ ਵਜ੍ਹਾ ਦੇ ਨਾਲ ਹੁਣ ਗੁਰਮੀਤ ਸੈਣੀ ਕੰਜ਼ਿਊਮਰ ਕੋਰਟ ਦੇ ਵਿੱਚ ਹੈਗਾ ਆ। ਕਿਤੇ ਨਾ ਕਿਤੇ ਓਲਾ ਉਬਰ ਦੀਆਂ ਇਹਨਾਂ ਧੱਕੇਸ਼ਾਹੀਆਂ ਦਾ ਹਰ ਇੱਕ ਵੀਰ ਤਕਰੀਬਨ ਅਗਰ 10 ਦੇ ਵਿੱਚੋਂ ਲੈ ਕੇ ਚੱਲੀਏ ਤਾਂ 2-3 ਡਰਾਈਵਰਾਂ ਦਾ ਰੇਸ਼ੋ ਹੈਗਾ ਆ ਜੋ ਅੱਜ ਦੇ ਟਾਈਮ ਦੇ ਵਿੱਚ ਓਲਾ ਉਬਰ ਦੀ ਵੀ ਤਾਨਾਸ਼ਾਹੀ ਤੋਂ ਤੰਗ ਹੈ, ਕਿਉਂਕਿ ਹਮੇਸ਼ਾ ਹੀ ਇਹ ਸ਼ੁਰੂ ਤੋਂ ਜਦੋਂ ਦੀਆਂ ਆਨਲਾਈਨ ਕੰਪਨੀਆਂ ਓਲਾ ਉਬਰ ਆਈਆਂ ਨੇ ਇਹ ਹਮੇਸ਼ਾ ਹੀ ਸਿਰਫ ਕਸਟਮਰ ਪੱਖ ਦੇਖਦੀਆਂ ਨੇ, ਦੋਨਾਂ ਸਾਈਡਾਂ ਨਹੀਂ ਦੇਖਦੀਆਂ, ਦੋਨਾਂ ਸਾਈਡਾਂ ਨਹੀਂ ਦੇਖਦੀਆਂ। ਤੁਸੀਂ ਵੀ ਕੁਝ ਕਹਿਣਾ ਚਾਹ ਰਹੇ ਸੀਗੇ ਜੀ, ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਭਗਵੰਤ ਸਿੰਘ ਜੀ। ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ। ਵੀਰ ਜੀ ਮੇਰੀ ਇੱਕੋ ਹੀ ਬੇਨਤੀ ਹੈ ਵੀ ਜਿਸ ਤਰ੍ਹਾਂ ਅੱਜ ਦਾ ਨਵਾਂ ਯੂਥ ਹੈ ਜਿਹੜਾ ਸਟੱਡੀ ਕਰ ਰਿਹਾ, ਸਟੱਡੀ ਦੇ ਨਾਲ ਨਾਲ ਗੱਡੀ ਵੀ ਚਲਾ ਰਿਹਾ, ਚਲੋ ਜਿਹੜਾ ਗੱਡੀ ਚਲਾ ਕੇ ਆਪਣਾ ਖਰਚਾ ਆਪ ਕਰ ਰਿਹਾ, ਸਟੱਡੀ ਕਰ ਰਿਹਾ ਹੈ, ਬਹੁਤ ਅੱਛੀ ਗੱਲ ਹੈ, ਪਾਰਟ ਟਾਈਮ ਜੌਬ ਕਰਕੇ ਕਰ ਰਿਹਾ ਹੈ। ਬਟ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਕਿ ਜਿਹੜਾ ਬੱਚਾ ਇੱਥੇ ਕਿਸੇ ਯਾਰ ਦੋਸਤ ਦੇ ਬਹਿਕਾਵੇ 'ਚ ਆ ਕੇ ਓਲਾ ਉਬਰ 'ਚ ਬਹੁਤ ਕੰਮ ਹੈ, ਆਪਾਂ ਨਵੀਂ ਗੱਡੀ ਲੈ ਲਾ, ਇੱਕ ਤਾਂ ਵੀਰ ਜੀ ਮੈਂ ਹੱਥ ਜੋੜ ਕੇ ਇਹੀ ਬੇਨਤੀ ਕਰਦਾ ਉਹਨਾਂ ਦੇ ਮਾਂ ਪਿਓ ਨੂੰ ਕਿ ਕੋਈ ਵੀ ਕੰਪਨੀ ਹੈ, ਕਿਸੇ ਵੀ ਕੰਪਨੀ ਨਾਲ ਤੁਸੀਂ ਗੱਡੀ ਅਟੈਚ ਕਰਦੇ ਹੋ, ਕੋਈ ਕੰਪਨੀ ਰਾਈਡਰ ਦੀ ਸੁਣਵਾਈ ਨਹੀਂ ਕਰਦੀ। ਕਿਸੇ ਟਾਈਮ ਵੀ ਅਗਰ ਤੁਹਾਡੀ ਕੰਪਲੇਂਟ ਕਸਟਮਰ ਨੇ ਕਰਤੀ, ਤੁਹਾਡੀ ਆਈਡੀ ਬਲੌਕ ਹੋ ਗਈ, ਦੁਬਾਰਾ ਆਈਡੀ ਨਹੀਂ ਖੁੱਲ੍ਹਦੀ, 8-10 ਲੱਖ ਦੇ ਕਰਜ਼ੇ ਥੱਲੇ ਆਓਗੇ। ਦੂਜੀ ਗੱਲ ਇਹ ਹੈ ਆਪਣੇ ਬੱਚਿਆਂ ਨੂੰ, ਜਿਹੜੇ ਬੱਚੇ ਪੜ੍ਹ ਰਹੇ ਆ, ਮੈਂ ਸਪੈਸ਼ਲੀ ਉਹਨਾਂ ਨੂੰ ਬੇਨਤੀ ਕਰਦਾ ਜਿਹੜੇ ਬੱਚੇ ਅਜੇ ਫ੍ਰੀ ਹੈ, ਜਿਹੜੇ ਘਰੋਂ ਲੈ ਕੇ ਆਪਣਾ ਕੰਮ ਚਲਾ ਰਹੇ ਆ, ਜਿਨ੍ਹਾਂ ਨੂੰ ਘਰ ਦੇਣ ਦਾ ਕੋਈ ਫਿਕਰ ਨਹੀਂ, ਉਹ ਭਰਾ ਕੋਈ ਹੋਰ ਪਾਰਟ ਟਾਈਮ ਜੌਬ ਕਰ ਲਓ, ਥੋੜ੍ਹਾ ਹੋਰ ਪੜ੍ਹ ਲਓ, ਕੋਈ
ਅੱਛੇ ਫੀਲਡ ਦੇ ਵਿੱਚ ਜੌਬ ਕਰ ਲਓ। ਓਲਾ ਉਬਰ ਜਾਂ ਇਹ ਪ੍ਰਾਈਵੇਟ ਵਹੀਕਲਾਂ ਦੇ ਵਿੱਚ ਕੁਝ ਨਹੀਂ ਰੱਖਿਆ। ਜਿਹੜੇ ਮਜਬੂਰੀਆਂ ਦੇ ਵਿੱਚ ਫਸ ਗਏ, ਜਿਨ੍ਹਾਂ ਦੇ ਸਿਰ ਤੇ ਪਰਿਵਾਰ ਬੈਠਾ 4-4 5-5 ਜਾਣੇ ਪਿੱਛੇ ਖਾਣ ਵਾਲੇ ਆ, ਉਹ ਮਜਬੂਰੀ ਦੇ ਮਾਰੇ ਚਲਾ ਰਹੇ ਆ। ਬਾਕੀ ਵੀਰ ਜੀ ਇਹਦੇ ਕਿਹੜੀ ਗੱਡੀ ਪਾਈ ਹੋਈ ਹੈ ਜੀ? ਮੇਰੇ ਕੋਲ ਇਹ ਆਰਟਿਕਾ ਹੈ ਜੀ। ਤੁਸੀਂ ਇਹ ਗੱਡੀ ਕਿੰਨੇ ਚਿਰ ਤੋਂ ਪਾਈ? ਮੈਂ ਪਹਿਲਾਂ ਹੋਰ ਫੀਲਡ 'ਚ ਸੀਗਾ ਜੀ। ਪਹਿਲਾਂ ਮੈਂ ਮਰਿਆ ਜੀ ਨੋਟਬੰਦੀ 'ਚ। ਉਸ ਟਾਈਮ ਮੈਂ 12.5-13 ਲੱਖ ਰੁਪਏ ਦਾ ਮੇਰਾ ਲਾਸ ਹੋਇਆ, ਠੀਕ ਹੈ ਜੀ। ਉਸ ਤੋਂ ਬਾਅਦ ਮੈਂ ਫਿਰ ਆਪਣਾ ਚਲੋ ਥੋੜਾ ਹੈ ਸੀ, ਮੈਂ ਕੰਮ ਨੂੰ ਫਿਰ ਦੁਬਾਰਾ ਸਟਾਰਟ ਕੀਤਾ ਆਪਣੇ ਨੂੰ। ਮੈਂ ਕੰਸਟਰਕਸ਼ਨ ਲਾਈਨ ਦਾ ਕੰਮ ਕਰਦਾ ਸੀ। ਉਸ ਤੋਂ ਬਾਅਦ ਆ ਗਿਆ ਜੀ ਇਹ ਕੋਵਿਡ ਆ ਗਿਆ। ਕੋਵਿਡ 'ਚ ਆ ਕੇ ਮੈਂ ਫਿਰ 6.5 ਲੱਖ ਰੁਪਏ ਦਾ ਲਾਸ ਖਾਦਾ। ਮੈਂ 17-18 ਲੱਖ ਰੁਪਏ ਦਾ ਲਾਸ ਖਾਦਾ। ਮੈਂ ਮੈਰਿਡ ਸੀਗਾ, ਮੈਂ ਘਰ ਵੀ ਖਰਚਾ ਦਿੰਦਾ, ਵਿਆਹ ਵਰਿਆ ਸੀਗਾ, ਰੈਂਟ ਤੇ ਰਹਿੰਦਾ ਸੀਗਾ, ਮੇਰੇ ਕੋਲ ਕੋਈ ਆਪਸ਼ਨ ਨਹੀਂ ਸੀਗਾ। ਮੈਂ ਇਸ ਕਰਕੇ ਇਸ ਲਾਈਨ 'ਚ ਆਇਆ ਕਿ ਚਲੋ ਸ਼ਾਮ ਨੂੰ 500-700 ਆ ਰਿਹਾ, ਮੈਂ ਹੈਂਡ ਟੂ ਮਾਊਥ ਮੇਰਾ ਖਰਚਾ ਚੱਲ ਰਿਹਾ। ਬਟ ਮੈਨੂੰ ਅਜੇ ਕੋਈ ਅੱਗੇ ਪਲੇਟਫਾਰਮ ਨਹੀਂ ਮਿਲ ਰਿਹਾ। ਮੈਨੂੰ ਕੋਈ ਅੱਛਾ ਪਲੇਟਫਾਰਮ ਮਿਲੇਗਾ, ਮੈਂ ਟੈਕਸੀ ਲਾਈਨ ਨੂੰ ਛੱਡ ਕੇ ਮੈਂ ਉੱਧਰ ਜਾਵਾਂਗਾ। 2 ਸਾਲ ਦਾ ਤਜਰਬਾ ਤੁਹਾਡਾ ਇਹ ਕਹਿੰਦਾ ਕਿ ਤੁਸੀਂ ਕੰਟੀਨਿਊ ਨਹੀਂ ਕਰ ਸਕਦੇ? ਕੰਟੀਨਿਊ ਨਹੀਂ ਕਰ ਸਕਦੇ। ਇਹ ਤੁਸੀਂ ਉਨੀ ਦੇਰ ਹੀ ਕਰ ਸਕਦੇ ਹੋ ਜਿੰਨੀ ਚਿਰ ਤੁਹਾਡੇ ਗੋਡੇ ਕੰਮ ਕਰ ਰਹੇ ਆ, ਠੀਕ ਹੈ। ਜਾਂ ਤੁਸੀਂ ਮਜਬੂਰੀ ਦੇ ਵਿੱਚ ਬਹੁਤ ਜ਼ਿਆਦਾ ਫਸੇ ਹੋ। ਇਹ ਵੀ ਮੈਂ ਜਿਸ ਤਰ੍ਹਾਂ ਓਪਨਿੰਗ ਜਦੋਂ ਇਸ ਤੁਹਾਡੇ ਨਾਲ ਮੁਲਾਕਾਤ ਦੀ ਕੀਤੀ, ਉੱਥੇ ਮੈਂ ਵੀ ਕਿਹਾ ਕਿ ਇਹ ਵੀ ਗੱਲ ਹੈ ਕਿ ਲੋਕਾਂ ਦੇ ਵਿੱਚ ਚੰਡੀਗੜ੍ਹ ਤਾਂ ਐਸ਼ ਬਹੁਤ ਹੈ, ਚੰਡੀਗੜ੍ਹ ਤਾਂ ਨਜ਼ਾਰੇ ਬਹੁਤ ਹੈ, ਮੁੰਡਾ ਚੰਡੀਗੜ੍ਹ ਦੇ ਨਜ਼ਾਰਿਆਂ ਨੇ ਪੱਟਿਆ, ਇਹੋ ਜਿਹੇ ਗਾਣੇ ਵੀ ਆਏ ਆ ਜੀ। ਇਹ ਦੇਖੋ ਗਾਣੇ ਕਿਸੇ ਟਾਈਮ ਤੇ ਆਏ ਸੀਗੇ ਜੀ, ਉਸ ਟਾਈਮ ਸਹੀ ਵੀ ਲੱਗਦੇ ਸੀ। ਅੱਜ ਦੀ ਡੇਟ ਦੇ ਵਿੱਚ ਜਿਹੜਾ ਅੱਜ ਦਾ ਯੂਥ ਹੈ ਇਹਨੂੰ ਪੱਟ ਰਿਹਾ ਵਲੋਗਰ। ਸੋ ਮੈਂ ਬੱਚਿਆਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਇਹ ਵਲੋਗਰਾਂ ਨੇ ਦੇਖੋ ਜੀ ਆਪਣੀ ਮਸ਼ਹੂਰੀਆਂ ਕਰਕੇ YouTube ਤੋਂ 2 ਰੁਪਏ 4 ਰੁਪਏ ਲੈ ਲੈਣੇ। ਤੁਹਾਡੀ ਕਿਸੇ ਨੇ ਸਾਰ ਨਹੀਂ ਪੁੱਛਣੀ, ਨਾ ਤੁਹਾਨੂੰ ਕਿਸੇ ਨੇ ਚਾਹ ਪਾਣੀ ਪੁੱਛਣਾ, ਨਾ ਕਿਸੇ ਨੇ ਤੁਹਾਡੀ ਗੱਡੀ ਦੀ ਕਿਸ਼ਤ ਤਾਰਨੀ। ਨਹੀਂ ਯਕੀਨ, ਰਾਤ ਨੂੰ 11-12 ਵਜੇ ਤੋਂ ਬਾਅਦ ਤੁਸੀਂ 17 ਬੱਸ ਸਟੈਂਡ ਬੈਕ ਸਾਈਡ ਚੱਲ ਜਿਓ ਜਾਂ 43 ਬੱਸ ਸਟੈਂਡ ਬਾਹਰ ਆ ਜਾਓ, ਬੈਕ ਸਾਈਡ ਆ ਜਾਓ। ਨਾ ਭਾਜੀ ਨਹਾਉਣ ਦਾ ਪਤਾ, ਨਾ ਸੌਣ ਦਾ ਪਤਾ, ਨਾ ਖਾਣ ਪੀਣ ਦਾ ਪਤਾ। ਟੈਕਸੀ ਲਾਈਨ ਇਹੋ ਜਿਹੀ ਲਾਈਨ ਹੈ, ਠੀਕ ਹੈ ਜੀ। ਔਰ ਸੁਣਵਾਈ ਇਹਦੇ ਵਿੱਚ ਕਿਸੇ ਦੀ ਨਹੀਂ ਹੈਗੀ। ਚਾਹੇ ਤੁਸੀਂ 100% ਰਾਈਟ ਹੋ ਨਾ, ਤੁਹਾਡੀ ਤਾਂ ਵੀ ਨਹੀਂ ਸੁਣਵਾਈ ਹੈਗੀ। ਔਰ ਜੇ ਤੁਹਾਨੂੰ ਕਿਤੇ STA ਸਾਹਿਬ ਨੇ ਫੜ ਲਿਆ, 159 ਕੰਡੀਸ਼ਨਾਂ ਹੈ ਟੈਕਸੀ ਲਾਈਨ ਦੇ ਉੱਤੇ, ਤੁਸੀਂ ਪੂਰੀਆਂ ਨਹੀਂ ਕਰ ਸਕਦੇ। ਕਈ ਬੱਚੇ ਜਿਹੜੇ ਤੁਰੇ ਫਿਰਦੇ ਆ ਰੰਗ ਬਰੰਗੇ ਕੱਪੜੇ ਪਾ ਕੇ, ਟੀ-ਸ਼ਰਟ ਪਾ ਲਈ ਜਾਂ ਚੱਪਲਾਂ ਪਾ ਕੇ ਗੱਡੀਆਂ ਚਲਾ ਰਹੇ ਆ, ਕਈਆਂ ਨੂੰ ਅਜੇ ਕਾਨੂੰਨ ਦਾ ਨਹੀਂ ਪਤਾ ਹੈਗਾ। ਤਾਂ ਜੀ ਇਹ ਜਿਹੜਾ ਡਰਾਈਵਰਾਂ ਦਾ ਪੱਖ ਹੈ ਜਿਹੜੇ ਟੈਕਸੀ ਲਾਈਨ ਦੇ ਵਿੱਚ ਨੇ, ਚੰਡੀਗੜ੍ਹ ਕੀ ਪੂਰੀ ਟਰਾਈ ਸਿਟੀ ਦੇ ਵਿੱਚ ਜਿਹੜੀਆਂ ਗੱਡੀਆਂ ਨੇ ਉਹ ਚਲਾਉਂਦੇ ਨੇ, ਇਹਨਾਂ ਦਾ ਕਹਿਣਾ ਹੈ ਕਿ ਇੱਕ ਤਾਂ ਜਿਹੜਾ ਨਵੀਂ ਜਿਹੜੀ ਇਹਨਾਂ ਦੀ ਕੰਡੀਸ਼ਨ ਕੋਈ ਸਰਕਾਰ ਨੇ ਕਿਹਾ ਜਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਕਿ GPS ਲਗਵਾਓ। ਉਹ GPS ਦਾ ਖਰਚਾ ਅਗਰ ਸਰਕਾਰ ਕਹਿੰਦੀ ਹੈ ਕਿ ਨਾਗਰਿਕ ਸੁਰੱਖਿਆ ਦੇ ਲਈ ਕੀਤਾ ਜਾਣਾ, ਤਾਂ ਡਰਾਈਵਰ ਕਹਿੰਦੇ ਸਾਡੇ ਕੋਲੇ ਤਾਂ ਪਹਿਲਾਂ ਹੀ ਜਿਹੜੇ CNG ਲਈ ਤਾਂ ਪੈਸੇ ਬੜੇ ਔਖੇ ਇਕੱਠੇ ਕਰਦੇ ਆ, ਤੇ ਉਹ ਅਸੀਂ ਕਿੱਦਾਂ ਕਰੀਏ। ਉਸ ਤੋਂ ਬਾਅਦ ਹੋਰ ਜਿਹੜੇ ਖਰਚੇ ਨੇ CNG ਦਾ ਕਹਿ ਰਹੇ ਨੇ ਕਿ ਉਹ ਰੇਟ CNG ਦਾ ਰੇਟ ਜਿਹੜਾ ਵੱਧ ਗਿਆ। CNG ਰੇਟ 45 ਤੋਂ 90 ਰੁਪਏ ਤੋਂ 100 ਦੇ ਨੇੜੇ ਹੈ, ਪਰ ਜਿਹੜਾ ਕਿਰਾਇਆ ਸੀਗਾ ਉਹ ਹਜੇ ਓਨਾ ਹੀ ਹੈ। ਤਾਂ ਹਰਵਿੰਦਰ ਜੀ ਇੱਕ ਜਾਂਦੇ ਜਾਂਦੇ ਜ਼ਰੂਰ ਦੱਸ ਦਿਓ ਕਿ ਸੋਲਿਊਸ਼ਨ ਕਿੱਥੇ ਪਿਆ, ਹੱਲ ਕਿੱਥੇ ਪਿਆ ਇਸ ਸਮੱਸਿਆ ਦਾ? ਸਮੱਸਿਆ ਦਾ ਜਿਹੜਾ ਮੇਨ ਹੱਲ ਹੈ ਬਾਈ, ਸਮੱਸਿਆ ਦਾ ਹੱਲ ਸਰਕਾਰ ਕੋਲ ਹੈ। ਚੰਡੀਗੜ੍ਹ ਐਜੂਕੇਸ਼ਨ ਤੇ ਸਭ ਨਾਲ ਮੀਟਿੰਗਾਂ ਹੋ ਚੁੱਕੀਆਂ। ਸਰਕਾਰ ਨੇ ਸਾਨੂੰ ਇੱਕ ਲਾਸਟ ਆਸ਼ਵਾਸਨ ਦਿੱਤਾ ਵੀ ਅਸੀਂ ਇੱਕ ਐਪਲੀਕੇਸ਼ਨ ਲੈ ਕੇ ਆਵਾਂਗੇ। ਅਸੀਂ ਵੀ ਸਰਕਾਰ ਦੀਆਂ ਵੱਲ ਝਾਕ ਰਹੇ ਹਾਂ ਵੀ ਉਹ ਕਦੋਂ ਉਸ ਐਪਲੀਕੇਸ਼ਨ ਨੂੰ ਤਿਆਰ ਕਰਦੇ ਆ, ਕਦੋਂ ਲੈ ਕੇ ਆਉਂਦੇ ਆ ਇਹਨਾਂ ਕੰਪਨੀਆਂ ਤੋਂ ਆਜ਼ਾਦ ਹੋਣ ਲਈ। ਹੋਰ ਮੇਰੇ ਵੀਰ ਕੋਈ ਸਮੱਸਿਆ ਦਾ ਹੱਲ ਨਹੀਂ, ਜਾਂ ਤਾਂ ਡਰਾਈਵਰ ਆਪਣੀ ਖੁਦ ਦੀ ਐਪਲੀਕੇਸ਼ਨ ਬਣਾ ਲੈਣ ਜਾਂ ਸਰਕਾਰ ਦੀ ਐਪਲੀਕੇਸ਼ਨ ਆ ਜਾਵੇ। ਐਪਲੀਕੇਸ਼ਨ ਕਿ ਅਗਰ ਕੰਪਨੀ ਨਾਲ ਲੜਨਾ ਤਾਂ ਆਪਣੀ ਕੰਪਨੀ ਬਣਾਉਣੀ ਪਊਗੀ ਮੇਰੇ ਵੀਰ। ਸਮੱਸਿਆ ਦਾ ਸਭ ਤੋਂ ਬੜਾ ਹੱਲ ਇਹੀ ਹੈ, ਚਾਹੇ ਸਰਕਾਰ ਆ ਜਾਵੇ ਚਾਹੇ ਡਰਾਈਵਰ ਖੁਦ ਆ ਜਾਣ ਮੈਦਾਨ ਦੇ ਵਿੱਚ। ਬਾਕੀ ਹੋਰ ਜਿਹੜੀਆਂ ਸਮੱਸਿਆਵਾਂ ਉਹ ਸਾਰੀਆਂ ਫਿਰ ਪੈਸੇ ਨਾਲ ਜੁੜਦੀਆਂ ਨੇ। ਜਦੋਂ ਤੁਹਾਡੀ ਇਨਕਮ ਵੱਧੂਗੀ ਤਾਂ ਬਾਕੀ ਸਾਰਾ ਤੁਸੀਂ ਕੰਮ ਆਪਣੇ ਆਪ ਕਰਨਾ ਸ਼ੁਰੂ ਕਰ ਦੋਗੇ ਮੇਰੇ ਵੀਰ। ਕੰਪਨੀਆਂ ਦਾ ਵੀ ਆਪਣਾ ਪੱਖ ਹੋ ਸਕਦਾ, ਉਹਨਾਂ ਕੋਲੇ ਵੀ ਆਪਣੇ ਕਾਰਨ ਹੋ ਸਕਦੇ ਨੇ, ਉਹਨਾਂ ਦੀ ਵੀ ਕੋਈ ਆਪਣੀ ਗੱਲ ਹੋ ਸਕਦੀ ਹੈ। ਜਿਸ ਤਰ੍ਹਾਂ ਤੁਹਾਡੀਆਂ ਸਮੱਸਿਆਵਾਂ ਨੇ ਉਹ ਆਪਣਾ ਕੋਈ ਰੀਜ਼ਨ ਦੇ ਸਕਦੇ ਨੇ ਜੀ। ਤੁਸੀਂ ਕੀ ਇਸ ਦੇ ਲਈ ਕਾਨੂੰਨ ਹੈ, ਦੇਸ਼ ਦੀਆਂ ਅਦਾਲਤਾਂ ਨੇ, ਉੱਥੋਂ ਤੱਕ ਜਿਸ ਤਰ੍ਹਾਂ ਇੱਕ ਵੀਰ ਹਰਾਂ ਨੇ ਕਿਹਾ ਕਿ ਕੰਜ਼ਿਊਮਰ ਕੋਰਟ ਦੇ ਵਿੱਚ ਕੇਸ ਵੀ ਗਿਆ ਹੋਇਆ, ਜਿਸ ਤਰ੍ਹਾਂ ਡਰਾਈਵਰਾਂ ਦੀਆਂ ਆਈਡੀਆਂ ਬੰਦ ਕਰ ਦਿੱਤੀਆਂ ਨੇ, ਡਰਾਈਵਰ ਦੀ ਕੋਈ ਸੁਣਵਾਈ ਨਹੀਂ ਹੈਗੀ, ਪੱਖ ਹੀ ਨਹੀਂ ਲਿਆ ਜਾਂਦਾ। ਤੁਸੀਂ ਕਹਿੰਦੇ ਹੋ ਇੱਕ ਪੱਖ ਨੂੰ ਦੇਖ ਕੇ ਕਾਰਵਾਈ ਕਰ ਦਿੰਦੀ ਹੈ ਕੰਪਨੀ। ਤਾਂ ਤੁਸੀਂ ਹੁਣ ਇਸ ਮਸਲੇ ਨੂੰ ਕਾਨੂੰਨੀ ਤੌਰ ਤੇ ਕੀ ਮਦਦ ਮੰਗ ਰਹੇ ਹੋ, ਕਿਸ ਤੋਂ ਕਿਵੇਂ ਦੇਖ ਰਹੇ ਹੋ ਉਹਨੂੰ? ਸਰ ਜੀ ਕਾਨੂੰਨੀ ਤੌਰ ਤੇ ਤਾਂ ਜਦ ਚੰਡੀਗੜ੍ਹ ਦਾ ਹੋਮ ਸੈਕਟਰੀ ਕਹਿ ਰਿਹਾ ਵੀ ਸਾਨੂੰ ਤਾਂ ਕੰਪਨੀ ਦੇ ਦਫ਼ਤਰ ਨਹੀਂ ਪਤਾ ਹੈਗਾ ਕਿੱਥੇ ਆ। ਹੋਮ ਸੈਕਟਰੀ ਚੰਡੀਗੜ੍ਹ ਕਹੇ ਤੇ STA ਚੰਡੀਗੜ੍ਹ ਕਹੇ ਕਿ ਸਾਨੂੰ ਤਾਂ ਦਫ਼ਤਰ ਤੱਕ ਨਹੀਂ ਪਤਾ ਕੰਪਨੀਆਂ ਦੇ ਕਿੱਥੇ ਹੈ, ਤਾਂ ਫਿਰ ਕਾਨੂੰਨੀ ਮਦਦ ਕਿਤੇ ਲਈਏ? ਇਹ ਵੀ ਸਾਡਾ ਇੱਕ ਬਹੁਤ ਬੜਾ ਲਾਚਾਰ ਹੋ ਤੁਸੀਂ। ਅਸੀਂ ਵੀ ਲਾਚਾਰ ਹੈ ਤੇ ਸਰਕਾਰ ਵੀ ਲਾਚਾਰ ਹੈ। ਅਸੀਂ ਤਾਂ ਲਾਚਾਰ ਹੈ ਹੀ ਹੈਗੇ ਆ, ਆਮ ਨਾਗਰਿਕ। ਸਰਕਾਰ ਜਿਹਦੇ ਅੰਡਰ ਸਾਰਾ ਚੰਡੀਗੜ੍ਹ ਹੈ
ਐਡਮਿਨਿਸਟ੍ਰੇਸ਼ਨ ਪੁਲਿਸ ਸਾਰਾ ਡਿਪਾਰਟਮੈਂਟ ਉਸੇ ਦੇ ਅੰਡਰ ਹੈ ਨਾ, ਹੋਮ ਸੈਕਟਰੀ ਦੇ। ਜਦ ਉਸ ਦੇ ਅੰਡਰ ਸਾਰਾ ਚੰਡੀਗੜ੍ਹ ਹੈ, ਉਹ ਬੰਦਾ ਲਾਚਾਰ ਹੈ, ਤਾਂ ਤੁਸੀਂ ਦੇਖੋ ਵੀ ਡਰਾਈਵਰਾਂ ਦਾ ਕਿਆ ਹਾਲ ਹੋਊ। ਬੇਨਤੀਆਂ ਕਰ ਚੁੱਕੇ ਹੋ ਇੱਥੇ? ਹਾਂਜੀ, ਸਭ ਬੇਨਤੀਆਂ ਕਰ ਚੁੱਕੇ, ਮੀਟਿੰਗਾਂ ਹੋ ਚੁੱਕੀਆਂ ਨੇ ਜੀ। ਨਾ ਕੰਪਨੀਆਂ ਦੇ ਦਫ਼ਤਰ ਚੰਡੀਗੜ੍ਹ ਦੇ ਹੋਣ ਦੇ ਬਾਵਜੂਦ ਵੀ ਕੋਈ ਰਿਸੀਵਿੰਗ ਨਹੀਂ ਹੈਗੀ। ਤਾਂ ਜੀ ਜਿਹੜਾ ਕਾਨੂੰਨ ਦੇ ਤੌਰ ਤੇ ਵੀ ਜਿਹੜਾ ਚੰਡੀਗੜ੍ਹ ਦੇ ਅਧਿਕਾਰੀ ਨੇ ਜਾਂ ਜਿਹੜਾ ਪ੍ਰਸ਼ਾਸਨ ਆ, ਉਹਨਾਂ ਨੂੰ ਵੀ ਇਹਨਾਂ ਨੇ ਕਿਹਾ ਕਿ ਅਸੀਂ ਮਿਲੇ ਆ, ਇਹ ਇਹਨਾਂ ਦਾ ਪੱਖ ਸੀ, ਇਹਨਾਂ ਨੂੰ ਜਿਹੜੀਆਂ ਸਮੱਸਿਆ ਆ ਰਹੀਆਂ, ਜਿਹੜੀਆਂ ਚੁਣੌਤੀਆਂ ਆ ਰਹੀਆਂ। ਹਾਲਾਂਕਿ ਮੈਨੂੰ ਵੀ ਨਿੱਜੀ ਤੌਰ ਤੇ ਬਹੁਤ ਜ਼ਿਆਦਾ ਫੋਨ ਆਉਂਦੇ ਨੇ ਕਿ ਕਿਵੇਂ ਕੈਬ ਦਾ ਕੰਮ ਕਿਵੇਂ ਆ ਚੰਡੀਗੜ੍ਹ ਦੇ ਵਿੱਚ, ਤਾਂ ਕੈਬ ਦਾ ਕੰਮ ਕਿਵੇਂ ਆ ਇਹ ਤੁਸੀਂ ਇਹਨਾਂ ਡਰਾਈਵਰਾਂ ਦੀ ਜਿਹੜੀ ਸਿਚੁਏਸ਼ਨ ਹੈ, ਗੱਲਬਾਤ ਹੈ, ਉਹ ਤੋਂ ਸਮਝ ਸਕਦੇ ਹੋ। ਫਿਲਹਾਲ ਇਸ ਇੰਟਰਵਿਊ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੈਮਰੇ ਤੇ ਮੇਰਾ ਸਾਥ ਦੇ ਰਹੀ ਸੀ ਜਗਸੀਰ, ਮੈਂ ਮਨਪ੍ਰੀਤ ਸਿੰਘ, ਗਲੋਬਲ ਪੰਜਾਬ ਟੀਵੀ ਦੇ ਲਈ ਚੰਡੀਗੜ੍ਹ ਤੋਂ।